आदि गुरे नमः, जुगाद गुरे नमः, सतगुरे नमः, श्री गुरुदेव नमः। साध संगत जी नूं प्रणाम। जिन्ने भी जीव सुनने वाले हैं सारिਆਂ ਨੂੰ प्रणाम करता हाँ। उस परमेश्वर तो सतगुरु तो किरपा मंगता हाँ ताकि वो अपने गुण गाउण की समर्था बख्शे। उसके गुण उसकी वडियाई गुरु साहब की किरपा तो बिना कोई जीव नहीं कर सकता। उस बारे भी कोई नहीं दस सकता। उस बारे किसी ने दसना होवे, उसनूं जानना होवे, समझना होवे तां सिर्फ उसकी किरपा नाल ही समझिया जानिया जां बुझिया जा सकता है। असीं अज गुरु साहब की पहली बाणी जो जपजी साहब है उस बारे विचार करन लगे हाँ। गुरु साहब किरपा करन उस बाणी बारे आप ही सोझी दे के किरपा करके सही भावना दे विच दस सकां। इस तरह की मेहर वो करन। गुरु साहब ने सब तो पहला जदों इस संसार विच बाणी की रचना की, सब तो पहला मूल मंत्र, उस तो बाद जपजी साहब की रचना की। गुरु साहब ने मूल मंत्र के अंदर उस मालिक की वडियाई की है। जपजी साहब के अंदर उस मालिक नूं पाण दे बारे दस्या है। सारे गुरु ग्रंथ साहब के अंदर जिन्नी भी भगतां दी संतां दी बाणी है वो उस मालिक नूं पाण दा रस्ता दसदी जां उस मालिक की वडियाई करती है। उस मालिक की वडियाई उस मालिक की किरपा तो बिना कोई जीव नहीं कर सकता। गुरु साहब शुरू करते हैं, एक ओंकार सतनाम करता पुरख निर्भव निर्वैर अकाल मूरत अजूनी संभव गुर प्रसाद जप। आद सच जुगाद सच है पी सच नानक होसी पी सच। गुरु साहब उस परमेश्वर के बारे दसते हैं। एक ओंकार, एक ओंकार के अंदर गुरु साहब उस एक मालिक की गल करते हैं। इस तो पहला ओंकार शब्द लिखा जाता सी परमेश्वर के बारे, पर गुरु साहब ने इसके अगे एकम लगाया। एक ओंकार, एकम का मतलब एक परमात्मा। ओंकार जदों उसका दूसरा रूप है जिसनों असी अनेकता वाला रूप आखते हैं। जिस तरह गुरु साहब गुरु तेग बहादुर साहब भी यह गल दसते हैं, सर्व निवासी सदा अलेपा। सर्व निवासी का मतलब वो सब दे अंदर बसता है। क्रिएटर इज विद इन क्रिएशन। कोई भी संसार दे अंदर ऐसी जगह नहीं जिथे वो परमेश्वर नहीं। कोई ऐसा जीव नहीं जिस जीव दे अंदर उसका अंश नहीं।
ਸ੍ਰਿਸ਼ਟੀ ਜਦੋਂ ਉਸ ਮਾਲਕ ਨੇ ਬਣਾਈ ਤਾਂ ਉਹ ਆਪ ਵੀ ਇਸ ਦੇ ਅੰਦਰ ਹੀ ਵਿਰਾਜਮਾਨ ਹੋਇਆ। ਇਹ ਓਂਕਾਰ ਦਾ ਰੂਪ ਹੈ, ਸਰਬ ਨਿਵਾਸੀ। ਤੇ ਦੂਸਰਾ ਗੁਰੂ ਸਾਹਿਬ ਦੱਸਦੇ ਹਨ ਸਦਾ ਅਲੇਪਾ, ਏਕ ਓਂਕਾਰ, ਭਾਵ ਸਾਰਿਆਂ ਦੇ ਵਿੱਚ ਵਸਦੇ ਹੋਏ ਵੀ ਉਹ ਇੱਕ ਅਲੱਗ ਹੈ। ਵਸਦੇ ਹੋਏ ਵੀ ਉਹ ਅਲੱਗ ਹੈ, ਜਿਸ ਨੂੰ ਅਸੀਂ ਗੁਰੂ ਸਾਹਿਬ ਕਹਿੰਦੇ ਹਨ ਏਕ ਹੈ ਅਨੇਕ ਹੈ, ਭਾਵ ਉਹ ਇੱਕ ਵੀ ਹੈ ਤੇ ਜਦੋਂ ਸੰਸਾਰ ਵਿੱਚ ਵਿਚਰਦਾ ਹੈ ਤਾਂ ਉਸ ਦਾ ਅਨੇਕਤਾ ਵਾਲਾ ਰੂਪ ਵੀ ਹੈ। ਗੁਰੂ ਸਾਹਿਬ ਨੇ ਜਦੋਂ ਇੱਕ ਦੀ ਗੱਲ ਕੀਤੀ ਤਾਂ ਇੱਕ ਸੰਸਾਰ ਦੇ ਬਣਨ ਤੋਂ ਪਹਿਲਾਂ ਵੀ ਇੱਕ ਸੀ। ਉਹ ਇੱਕ ਕਦੀ ਮਰਦਾ ਨਹੀਂ, ਜਨਮ ਨਹੀਂ ਲੈਂਦਾ, ਉਹ ਇੱਕ ਸਦਾ ਲਈ ਇੱਕ ਹੈ। ਇਹ ਸੰਸਾਰ ਤੇ ਬੜੀ ਵਾਰੀ ਪੈਦਾ ਹੋਇਆ, ਪਰਮੇਸ਼ਰ ਨੇ ਪੈਦਾ ਕੀਤਾ ਤੇ ਕਈ ਵਾਰੀ ਉਸਨੇ ਸਮੇਟਿਆ। ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕ ਓਂਕਾਰ। ਗੁਰੂ ਸਾਹਿਬ ਦੱਸਦੇ ਹਨ ਕਿ ਇਹ ਸੰਸਾਰ ਜਿਹੜਾ ਓਂਕਾਰ ਵਾਲਾ ਰੂਪ ਹੈ ਪਰਮੇਸ਼ਰ ਦਾ, ਉਹ ਤਾਂ ਕਈ ਵਾਰ ਉਸਨੇ ਬਣਾਇਆ ਔਰ ਕਈ ਵਾਰੀ ਸਮੇਟਿਆ, ਪਰ ਉਸ ਦਾ ਜਿਹੜਾ ਇੱਕ ਵਾਲਾ ਰੂਪ ਹੈ ਉਹ ਸਦਾ ਲਈ ਹੈ, ਉਹ ਕਦੀ ਖਤਮ ਨਹੀਂ ਹੁੰਦਾ। ਔਰ ਉਹ ਪਰਮੇਸ਼ਰ ਦਾ ਜਿਹੜਾ ਅਨੇਕਤਾ ਵਾਲਾ ਰੂਪ ਹੈ ਉਹ ਹਰ ਇੱਕ ਦੇ ਵਿੱਚ ਹੈ। ਸਭਨੀ ਘਟੀ ਸੋ ਬਸੈ, ਸਹਿ ਬਿਨ ਘਟ ਨਾ ਕੋਇ, ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਗੁਰੂ ਸਾਹਿਬ ਕਹਿੰਦੇ ਉਸ ਦਾ ਜਿਹੜਾ ਇਹ ਸਰੂਪ ਹੈ ਸਾਰਿਆਂ ਦੇ ਵਿੱਚ ਵਸਦਾ ਹੈ, ਸਾਰਿਆਂ ਸਰੀਰਾਂ ਦੇ ਵਿੱਚ ਵਸਦਾ ਹੈ, ਕਿਸੇ ਸਰੀਰ ਵਿੱਚ ਨਹੀਂ ਜਿੱਥੇ ਉਹ ਨਹੀਂ ਵਸਦਾ। ਜਿੰਨੇ ਹੋਰ ਸਰੀਰ ਹਨ ਉਹਨਾਂ ਦੇ ਵਿੱਚ ਅੰਸ਼ਿਕ ਰੂਪ ਵਿੱਚ ਵਸਦਾ ਹੈ, ਇਸ ਮਨੁੱਖ ਦੇ ਸਰੀਰ ਵਿੱਚ, ਇਨਸਾਨ ਦੇ ਸਰੀਰ ਵਿੱਚ ਉਹ ਪੂਰਨ ਰੂਪ ਵਿੱਚ ਵਸਦਾ ਹੈ। ਏਕ ਓਂਕਾਰ, ਭਾਵ ਤੂੰ ਇੱਕ ਤੋਂ ਬਿਨਾ ਹੋਰ ਕੋਈ ਭਾਈ ਇੱਥੇ ਨਹੀਂ ਹੈ, ਇੱਕ ਹੀ ਤਾਂ ਹੈ। ਅਰਬੁਦ ਨਰਬੁਦ ਤੁੰਦੂਕਾਰਾ, ਤਰਨ ਗਗਨਾ ਹੁਕਮ ਅਪਾਰਾ। ਗੁਰੂ ਸਾਹਿਬ ਦੱਸਦੇ ਹਨ ਇਸ ਸੰਸਾਰ ਦੇ ਬਣਨ ਤੋਂ ਪਹਿਲਾਂ, ਇਹ ਸ੍ਰਿਸ਼ਟੀ ਦੇ ਸਾਜਣ ਤੋਂ ਪਹਿਲਾਂ ਇੱਥੇ ਕੁਝ ਵੀ ਨਹੀਂ ਸੀ। ਹਰ ਪਾਸੇ ਇੱਕ ਅਰਬੁਦ ਨਰਬੁਦ ਤੁੰਦੂਕਾਰਾ ਵਾਲੀ ਅਵਸਥਾ ਸੀ, ਕੁਝ ਵੀ ਹੋਰ ਨਹੀਂ ਸੀ। ਅਰਬੁਦ ਨਰਬੁਦ ਤੁੰਦੂਕਾਰਾ, ਤਰਨ ਨ ਗਗਨਾ ਹੁਕਮ ਅਪਾਰਾ। ਨਾ ਇਹ ਧਰਤੀ ਸੀ ਨਾ ਇਹ ਆਕਾਸ਼ ਸੀ, ਉਸ ਦਾ ਇੱਕ ਹੁਕਮ ਸੀ ਬੇਅੰਤ ਦਾ। ਉਹ ਬੇਅੰਤ ਆਪ ਹੈ, ਉਸ ਦਾ ਹੁਕਮ ਵੀ ਬੇਅੰਤ ਹੈ। ਅਪਾਰ ਮੈਨੇ ਜਿਸ ਤੇ ਕੋਈ ਹੱਦ ਨਹੀਂ, ਜਿਸ ਦੀ ਕੋਈ ਪਾਰ ਨਹੀਂ ਪਾ ਸਕਦਾ। ਆਪਾਰ, ਪਾਰ ਤੋਂ ਪਰੇ, ਆਪਾਰ। ਇਸ ਲਈ ਗੁਰੂ ਸਾਹਿਬ ਦੱਸਦੇ ਹਨ ਤਰਨ ਨ ਗਗਨਾ ਹੁਕਮ ਅਪਾਰਾ। ਇੱਥੋਂ ਤੱਕ ਸੰਸਾਰ ਦੀਆਂ ਦੂਸਰੀਆਂ ਰੂਹਾਂ ਵੀ ਨਹੀਂ ਸਨ, ਦੇਵੀ ਦੇਵਤੇ ਵੀ ਨਹੀਂ ਸਨ, ਖੰਡ ਬ੍ਰਹਮੰਡ ਵੀ ਨਹੀਂ ਸਨ, ਦਿਨ ਰਾਤ ਵੀ ਨਹੀਂ ਸੀ, ਸਵਰਗ ਨਰਕ ਵੀ ਨਹੀਂ ਸੀ, ਕੋਈ ਇਸਤਰੀ ਨਹੀਂ ਸੀ, ਕੋਈ ਪੁਰਖ ਨਹੀਂ ਸੀ, ਇਸ ਸੰਸਾਰ ਵਿੱਚ ਕੁਝ ਵੀ ਨਹੀਂ ਸੀ। ਗੁਰੂ ਸਾਹਿਬ ਕਹਿੰਦੇ ਹਨ ਬ੍ਰਹਮਾ ਵਿਸ਼ਨ ਮਹੇਸ਼ ਨ ਕੋਈ, ਅਬਰ ਨ ਦੀਸਾ ਏਕੋ ਸੋਈ। ਕਹਿੰਦੇ ਇੱਥੇ ਬ੍ਰਹਮਾ, ਵਿਸ਼ਨੂੰ ਔਰ ਸ਼ਿਵ ਜੀ ਜੋ ਤਿੰਨ ਦੇਵਤੇ ਹਨ ਉਹ ਵੀ ਨਹੀਂ ਸਨ। ਉਹ ਸਿਰਫ ਅਬਰ ਨ ਦੀਸਾ, ਹੋਰ ਕੁਛ ਨਜ਼ਰ ਨਹੀਂ ਸੀ ਆਉਂਦਾ, ਇੱਕੋ ਪਰਮੇਸ਼ਰ ਆਪ ਹੀ ਸੀ। ਜਦੋਂ ਇਸ ਸੰਸਾਰ ਦੇ ਅੰਦਰ ਉਸਨੇ ਚਾਹਿਆ ਤਾਂ ਇਹ ਸੰਸਾਰ ਪੈਦਾ ਕੀਤਾ। ਜਦ ਤਿਸ ਭਾਣਾ ਤਾਂ ਜਗਤ ਉਪਾਇਆ। ਗੁਰੂ ਸਾਹਿਬ ਦੱਸਦੇ ਹਨ ਜਦੋਂ ਉਸਨੇ ਚਾਹਿਆ, ਜਦੋਂ ਉਹਦਾ ਹੁਕਮ ਹੋਇਆ ਤਾਂ ਉਸਨੇ ਇਹ ਸੰਸਾਰ ਪੈਦਾ ਕੀਤਾ। ਜਦ ਤਿਸ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆ ਡਾਣ ਰਹਾਇਆ। ਬਿਨਾਂ ਹੀ ਕਿਸੇ ਕਾਰੀਗਰੀ ਤੋਂ ਅੱਜ ਸੰਸਾਰ ਦੇ ਅੰਦਰ
ਮਸ਼ੀਨਰੀ ਯੁੱਗ ਹੈ। ਚਿਨੀਆਂ, ਜਹਾਜ਼, ਕਾਰਾਂ, ਮੋਟਰਾਂ, ਟਰੱਕ ਜੋ ਵੀ ਬਣਾਇਆ ਇਹ ਕਿਸੇ ਕਾਰੀਗਰੀ ਦੇ ਨਾਲ ਬਣਾਏ, ਟੈਕਨੀਕ ਦੇ ਨਾਲ ਬਣਾਏ ਨੇ। ਪਰ ਜਿਹੜਾ ਉਸਨੇ ਆਪਣਾ ਸੰਸਾਰ ਪੈਦਾ ਕੀਤਾ ਇਹ ਬਿਨਾਂ ਹੀ ਕਿਸੇ ਟੈਕਨੀਕ ਤੋਂ ਬਣਾਇਆ। ਬਾਜ ਕਲਾ, ਬਿਨਾਂ ਹੀ ਕਿਸੇ ਕਲਾ ਤੋਂ ਆਡਾਣ ਰਹਾਇਆ। ਐਡਾ ਬੜਾ ਅਡੰਬਰ, ਐਡਾ ਬੜਾ ਬ੍ਰਹਮੰਡ ਇਸਨੇ ਰਚ ਦਿੱਤਾ। ਉਸ ਬ੍ਰਹਮੰਡ ਦੀ, ਉਸਦੇ ਬਣਾਏ ਹੋਏ ਬ੍ਰਹਮੰਡ ਦਾ ਕੋਈ ਅੰਤ ਨਹੀਂ ਜਾਣ ਸਕਦਾ। ਅੱਜ ਸਾਇੰਸਦਾਨ ਉਸ ਬ੍ਰਹਮੰਡ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਕੁਝ ਨਹੀਂ ਜਾਣ ਸਕੇ। ਉਹਨੂੰ ਕੁਝ ਨਹੀਂ ਪਤਾ ਲੱਗਿਆ। ਉਹ ਇੱਕ ਧਰਤੀ ਖੋਜੀ, ਚੰਦਰਮਾ ਤੇ ਚਲੇ ਗਏ ਜਾਂ ਹੋਰ ਪਲੈਨਟਸ ਦੇ ਉੱਪਰ ਜਾਣ ਦਾ ਉਪਰਾਲਾ ਕਰਦੇ ਨੇ। ਜੇ ਅਗਰ ਅੱਜ ਉਹ ਇੱਕ ਸੂਰਜੀ ਮੰਡਲ ਤੱਕ ਹੀ ਸੀਮਤ ਨੇ ਤਾਂ ਉਸ ਦਾ ਤਾਂ ਬ੍ਰਹਮੰਡ ਕਿਤਨਾ ਵੱਡਾ ਹੈ, ਜਿਹਦੇ ਵਿੱਚ ਕਰੋੜਾਂ ਹੀ, ਅਰਬਾਂ ਹੀ ਸੂਰਜ ਹਨ, ਕਿਤਨੀਆਂ ਹੀ ਸੈਂਕੜੇ ਹਜ਼ਾਰਾਂ ਗਲੈਕਸੀਆਂ ਹਨ। ਤੇ ਉਸ ਵਾਲੇ ਇਹ ਇਨਸਾਨ ਕਿੱਥੋਂ ਜਾਣ ਸਕਦਾ? ਉਹਦਾ ਐਡਾ ਬੜਾ ਜਿਹੜਾ ਅਡੰਬਰ ਹੈ, ਐਡਾ ਬੜਾ ਜਿਹੜਾ ਉਹਦਾ ਪਸਾਰਾ ਹੈ ਜਿਹਦਾ ਕੋਈ ਅੰਤ ਨਹੀਂ। ਤੇਰਾ ਕੀਤਾ ਕੇਵਡ ਚੀਰਾ, ਤੇਰਾ ਕਿੰਨਾ ਵੱਡਾ ਚੀਰਾ। ਚੀਰਾ ਕਹਿੰਦੇ ਅਰਧ ਵਿਆਸ ਨੂੰ, ਉਹਦਾ ਪਤਾ ਹੀ ਨਹੀਂ ਕਿੰਨਾ ਵੱਡਾ। ਜੇ ਉਹਦਾ ਕੋਈ ਅਰਧ ਵਿਆਸ ਹੀ ਨਹੀਂ ਦੱਸ ਸਕਦਾ ਤੇ ਫਿਰ ਉਸ ਦੇ ਬ੍ਰਹਮੰਡ ਨੂੰ ਕੌਣ ਦੱਸ ਸਕਦਾ ਹੈ? ਆਪ ਉਸਨੇ ਐਡਾ ਬ੍ਰਹਮੰਡ ਬਿਨਾਂ ਹੀ ਕਿਸੇ ਤਕਨੀਕ ਤੋਂ ਰਚ ਦਿੱਤਾ, ਜੋ ਅੱਜ ਵੀ ਫੈਲੀ ਜਾ ਰਿਹਾ ਹੈ। ਔਰ ਇੱਕ ਦਿਨ ਐਸਾ ਵੀ ਆਏਗਾ ਕਿ ਇਹ ਬ੍ਰਹਮੰਡ ਫੈਲਣ ਦੀ ਬਜਾਏ ਸੁੱਕੜਨਾ ਸ਼ੁਰੂ ਹੋ ਜਾਏਗਾ। ਜੇ ਇਸ ਤਰ੍ਹਾਂ ਫੈਲਦਾ ਹੈ ਤੇ ਫਿਰ ਇਸ ਤਰ੍ਹਾਂ ਇੱਕ ਦਿਨ ਸੁੱਕੜਦਾ ਹੈ, ਇਕੱਠਾ ਹੁੰਦਾ ਜਾਂਦਾ, ਪਸਾਰਾ ਖਤਮ ਹੁੰਦਾ ਜਾਂਦਾ। ਤੇ ਇਹ ਪਸਾਰਾ ਕਿਸੇ ਤਕਨੀਕ ਨਾਲ ਨਹੀਂ, ਗੁਰੂ ਸਾਹਿਬ ਕਹਿੰਦੇ ਬਣਾਇਆ। ਜਦ ਤਿਸ ਭਾਣਾ ਤਾਂ ਜਗਤ ਉਪਾਇਆ, ਬਾਝ ਕਲਾ ਆਡਾਣ ਰਹਾਇਆ। ਫਿਰ ਇਸ ਸੰਸਾਰ ਨੂੰ ਚਲਾਉਣ ਦੇ ਲਈ ਉਸਨੇ ਕੁਝ ਰੂਹਾਂ ਨੂੰ ਸੰਸਾਰ ਦੇ ਅੰਦਰ ਮਨੁੱਖ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਦੇਵੀ ਦੇਵਤਿਆਂ ਦੇ ਰੂਪ ਵਿੱਚ ਪੈਦਾ ਕੀਤਾ, ਜਿਨ੍ਹਾਂ ਦੀਆਂ ਡਿਊਟੀਆਂ ਉਸ ਮਾਲਕ ਨੇ ਖੁਦ ਲਗਾਈਆਂ ਕਿ ਭਾਈ ਤੁਸੀਂ ਕੀ ਕਰਨਾ ਹੈ। ਜਿਸ ਬਾਰੇ ਗੁਰੂ ਸਾਹਿਬ ਦੱਸਦੇ ਹਨ, ਬ੍ਰਹਮਾ ਵਿਸ਼ਨੂੰ ਮਹੇਸ਼ ਉਪਾਏ। ਉਹਨੇ ਬ੍ਰਹਮਾ ਪੈਦਾ ਕੀਤਾ, ਵਿਸ਼ਨੂੰ ਪੈਦਾ ਕੀਤਾ, ਮਹੇਸ਼ ਪੈਦਾ ਕੀਤਾ। ਇਹਨਾਂ ਤਿੰਨਾਂ ਦੀਆਂ ਅਲੱਗ-ਅਲੱਗ ਡਿਊਟੀਆਂ ਵੀ ਉਸ ਪਰਮੇਸ਼ਰ ਨੇ ਲਗਾਈਆਂ। ਪਹਿਲੀ ਡਿਊਟੀ ਬ੍ਰਹਮਾ ਦੀ ਦੁਨੀਆ ਸਾਜਣ ਦੀ ਲਗਾਈ ਗਈ, ਵਿਸ਼ਨੂੰ ਦੀ ਡਿਊਟੀ ਪਾਲਣ ਦੀ ਲਗਾਈ ਗਈ ਤੇ ਸ਼ਿਵਜੀ ਦੇਵਤੇ ਦੀ ਡਿਊਟੀ ਇਸ ਸੰਸਾਰ ਵਿੱਚੋਂ ਜਿਹੜੀਆਂ ਰੂਹਾਂ ਆਉਂਦੀਆਂ ਨੇ ਉਹਨਾਂ ਨੂੰ ਵਾਪਸ ਲਿਜਾਣ ਦੀ ਲਾਈ ਗਈ। ਆਪ ਇਹ ਸੰਸਾਰ ਜਦੋਂ ਬਣਾਇਆ ਤਾਂ ਇਹ ਦੇਵਤੇ ਬਣਾਏ, ਜਿਸ ਨੂੰ ਅਸੀਂ ਗੋਡ ਵੀ ਆਖਦੇ ਹਾਂ। ਜਨਰੇਟਰ, ਆਪਰੇਟਰ, ਡਿਸਟਰਕਟਰ। ਜਨਰੇਟ ਕਰਨ ਵਾਲਾ, ਪੈਦਾ ਕਰਨ ਵਾਲਾ, ਆਪਰੇਟਮੈਂਟ ਚਲਾਉਣ ਵਾਲਾ, ਡਿਸਟਰਕਟਰ ਖਤਮ ਕਰਨ ਵਾਲਾ, ਜਿਸ ਨੂੰ ਅਸੀਂ ਬ੍ਰਹਮਾ, ਵਿਸ਼ਨੂੰ, ਮਹੇਸ਼ ਵੀ ਕਹਿੰਦੇ ਹਾਂ। ਇਹ ਉਸ ਦੇ ਬਣਾਏ ਹੋਏ ਦੇਵਤੇ ਹਨ। ਅੱਗੇ ਗੁਰੂ ਸਾਹਿਬ ਕਹਿੰਦੇ ਮਾਇਆ ਮੋਹ ਵਧਾਈ ਦਾ ਅੱਗੇ ਵੀ ਪਸਾਰਾ ਖਤਮ ਨਹੀਂ ਹੋਇਆ। ਫਿਰ ਇਸ ਸੰਸਾਰ ਵਿੱਚ ਉਸਨੇ ਰੂਹਾਂ ਭੇਜੀਆਂ, ਜਿਹੜੀਆਂ ਰੂਹਾਂ ਇਸ ਸੰਸਾਰ ਵਿੱਚ ਅੱਜ ਵਿਚਰਦੀਆਂ ਨੇ। ਤੱਕ ਇਹਦੇ ਬਾਰੇ ਕੋਈ ਵੀ ਜੀਵ ਜਾਣ ਨਹੀਂ ਸਕਦਾ, ਇਹਦੇ ਬਾਰੇ ਕੋਈ ਸਮਝ ਨਹੀਂ ਸਕਦਾ, ਇਹਨੂੰ ਕੋਈ ਬੁੱਝ ਨਹੀਂ ਸਕਦਾ, ਇਹਦੇ ਕੋਈ ਗੁਣ ਵੀ ਨਹੀਂ ਗਾ ਸਕਦਾ। ਗੁਰੂ ਸਾਹਿਬ ਐਵੇਂ ਨਹੀਂ ਕਹਿੰਦੇ। ਗੁਰੂ ਸਾਹਿਬ ਦੇ ਸਾਫ਼ ਸ਼ਬਦਾਂ ਵਿੱਚ ਲਿਖਦੇ ਹਨ, ਤਾਕਾ ਅੰਤ ਨ ਜਾਣਾ ਕੋਈ, ਤਾਕਾ ਅੰਤ ਨ ਜਾਣਾ ਕੋਈ। ਕਹਿੰਦੇ ਉਹਦਾ ਕੋਈ ਅੰਤ ਨਹੀਂ ਜਾਣ ਸਕਦਾ। ਪੂਰੇ ਗੁਰ ਤੇ ਸੋਝੀ ਹੋਈ। ਜਦ ਤੱਕ ਅਸੀਂ ਕੋਈ ਪੂਰਨ ਗੁਰੂ ਸਾਨੂੰ ਨਾ ਮਿਲ ਜਾਵੇ, ਸਾਨੂੰ ਵਿਧੀ ਨਾ ਦੱਸ ਦੇਵੇ, ਸਾਨੂੰ ਸੋਝੀ ਨਾ ਦੇਵੇ ਤਾਂ ਓਨੀ ਦੇਰ ਤੱਕ ਗੁਰੂ ਸਾਹਿਬ ਕਹਿੰਦੇ ਉਸ ਦੇ ਅੰਤ ਨੂੰ ਕੋਈ ਨਹੀਂ ਜਾਣ ਸਕਦਾ। ਉਸ ਦੇ ਅੰਤ ਨੂੰ ਜਾਣਨ ਦੇ ਲਈ ਪੂਰਨ ਗੁਰੂ ਦਾ ਹੋਣਾ, ਪੂਰੇ ਸਤਿਗੁਰੂ ਦਾ ਹੋਣਾ ਜ਼ਰੂਰੀ ਹੈ। ਪੂਰੇ ਸਤਿਗੁਰੂ ਤੋਂ ਸੋਝੀ ਲੈਣ ਤੋਂ ਬਾਅਦ ਜੀਵ ਉਸ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਤੋਂ ਪਿੱਛੋਂ ਉਸ ਦੇ ਬਾਰੇ ਜਾਣ ਸਕਦਾ ਹੈ। ਉਸ ਤੋਂ ਪਹਿਲਾਂ ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਨਾਨਕ ਸੱਚ ਰਤੇ ਬਿਸਮਾਦੀ, ਬਿਸਮ ਭਏ ਗੁਣ ਗਾਇਂਦਾ।
ਗੁਰੂ ਸਾਹਿਬ ਕਹਿੰਦੇ ਹਨ, ਜਦੋਂ ਕੋਈ ਬੰਦਾ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਸੱਚ ਦੇ ਨਾਲ ਰਚ ਜਾਂਦਾ ਹੈ, ਮਿਲ ਜਾਂਦਾ ਹੈ, ਨਾਨਕ ਸੱਚ ਰਤੇ ਵਿਸਮਾਦੀ, ਤਾਂ ਉਹ ਵਿਸਮਾਦਿਤ ਆਨੰਦਿਤ ਅਵਸਥਾ ਵਿੱਚ ਆ ਜਾਂਦਾ ਹੈ। ਜਦੋਂ ਕੋਈ ਇਸ ਆਨੰਦਿਤ ਅਵਸਥਾ ਵਿੱਚ ਆਉਂਦਾ ਹੈ ਤਾਂ ਫਿਰ ਉਹ ਗੁਰੂ ਸਾਹਿਬ ਕਹਿੰਦੇ ਵਿਸਮ ਭਏ, ਆਨੰਦਿਤ ਹੋ ਕੇ ਗੁਣ ਗਾਇਂਦਾ, ਉਸ ਪਰਮੇਸ਼ਰ ਦੇ ਗੁਣ ਗਾ ਸਕਦਾ ਹੈ। ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਵੀ ਉਸ ਪਰਮੇਸ਼ਰ ਦਾ ਰੂਪ ਹੋਣ ਤੋਂ ਬਾਅਦ ਉਸ ਦੇ ਗੁਰਬਾਣੀ ਦੇ ਅੰਦਰ ਗੁਣ ਗਾਏ ਹਨ। ਉਸ ਦੇ ਗੁਣ ਹੋਰ ਕੋਈ ਨਹੀਂ ਗਾ ਸਕਦਾ। ਅਸੀਂ ਗੱਲਾਂ ਕਰਦੇ ਹਾਂ, ਗੱਲਾਂ ਕਰੀ ਜਾ ਰਹੇ ਹਾਂ, ਸਾਰੀ ਦੁਨੀਆ ਉਹਦੀਆਂ ਗੱਲਾਂ ਕਰ ਰਹੀ, ਪਰ ਉਹਦੇ ਅਸਲੀ ਗੁਣ ਕਿਸੇ ਨੂੰ ਵੀ ਨਹੀਂ ਪਤਾ। ਉਸ ਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ। ਉਸ ਦਾ ਅੰਤ ਕੀ ਹੈ, ਉਹ ਕਦੋਂ ਆਇਆ, ਕਦੋਂ ਜਾਣਾ, ਕਿੱਥੇ ਹੈ, ਕਿਵੇਂ ਹੈ, ਕੋਈ ਨਹੀਂ ਦੱਸ ਸਕਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ, ਤਾਕਾ ਅੰਤ ਨ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਸੋ ਪਰਮੇਸ਼ਰ ਇੱਕ ਹੈ ਔਰ ਉਸ ਦਾ ਪਸਾਰਾ ਜਿਹੜਾ ਹੈ ਇਸ ਸੰਸਾਰ ਦੇ ਅੰਦਰ ਉਹ ਅਨੇਕਤਾ ਦੇ ਵਿੱਚ ਵਸਿਆ ਹੋਇਆ ਹੈ। ਉਸ ਗੁਰੂ ਸਾਹਿਬ ਕਹਿੰਦੇ ਅੱਗੇ ਦੱਸਦੇ ਹਨ, ਕਰਤਾ ਪੁਰਖ ਏਕੰਕਾਰ ਸਤਨਾਮ। ਕਰਤਾ ਪੁਰਖ ਉਹ ਕਿਹੋ ਜਿਹਾ ਹੈ ਪਰਮੇਸ਼ਰ, ਜਿਹੋ ਜਿਹਾ ਉਹ ਆਪ ਹੈ ਉਹੇ ਜਿਹਾ ਹੀ ਤਾਂ ਉਸ ਦਾ ਨਾਂ ਹੈ। ਉਹ ਪਹਿਲਾਂ ਤੋਂ ਹੈ, ਉਹ ਨਾ ਅੱਜ ਤੱਕ ਉਹਦਾ ਕੋਈ ਪਾਸਟ ਦੱਸ ਸਕਦਾ ਹੈ, ਨਾ ਉਹਦਾ ਕੋਈ ਫਿਊਚਰ ਦੱਸ ਸਕਦਾ ਹੈ, ਨਾ ਉਹਦਾ ਪ੍ਰੈਜ਼ੈਂਟ ਦੱਸ ਸਕਦਾ ਹੈ। ਉਸ ਦੇ ਬਾਰੇ ਕੋਈ ਨਹੀਂ ਦੱਸ ਸਕਦਾ। ਭਾਵ ਉਸ ਦਾ ਨਾਂ ਉਹ ਸਦਾ ਤੋਂ ਇੱਥੇ ਆ, ਸਦਾ ਸਦਾ ਹੈ, ਤੇ ਉਹਦਾ ਨਾਮ ਵੀ ਉਹ ਜਿਹਾ ਹੀ ਹੈ ਜਿਹੋ ਜਿਹਾ ਉਹ ਆਪ ਹੈ। ਉਹ ਆਪ ਸੱਚਾ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਦਾ ਸ਼ਬਦ ਹੈ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਹਿਲੇ ਵੀ ਸੱਚ ਸੀ, ਅੱਜ ਵੀ ਸੱਚ ਹੈ ਤੇ ਕੱਲ ਵੀ ਸੱਚ ਰਹੇਗਾ। ਉਹ ਪਰਮੇਸ਼ਰ ਹੈ। ਬਾਕੀ ਦੁਨੀਆ ਦੇ ਅੰਦਰ ਅਸੀਂ ਜੋ ਦੇਖਦੇ ਹਾਂ ਇਹ ਵੀ ਸੱਚ ਹੈ। ਇੱਕ ਇਨਸਾਨ ਹੈ ਮੇਰੇ ਸਾਹਮਣੇ ਬੈਠਾ, ਜਿਸ ਤਰ੍ਹਾਂ ਤੁਸੀਂ ਬੈਠੇ ਹੋ। ਮੈਂ ਕਹਿ ਸਕਦਾ ਕਿ ਤੁਸੀਂ ਸੱਚ ਹੋ ਕਿਉਂਕਿ ਤੁਸੀਂ ਬੈਠੇ ਹੋ, ਹਾਜ਼ਰ ਹੋ। ਮੈਂ ਸੱਚ ਹਾਂ ਕਿਉਂਕਿ ਮੈਂ ਸਰੀਰ ਵਿੱਚ ਹਾਂ, ਪਰ ਮੈਂ ਸੱਚ ਵੀ ਨਹੀਂ। ਕੋਈ ਵੀ ਦੁਨੀਆ ਦੀ ਸੱਚ ਨਹੀਂ ਹੈ। ਬ੍ਰਹਮੰਡ ਖੰਡ ਵੀ ਸੱਚ ਨਹੀਂ, ਕਿਉਂਕਿ ਇਹ ਪਹਿਲੇ ਵੀ ਨਹੀਂ ਸਨ, ਇਹ ਕੱਲ ਵੀ ਨਹੀਂ ਰਹਿਣੇ। ਇਸ ਲਈ ਇਹਨਾਂ ਨੂੰ ਸੱਚ ਨਹੀਂ ਕਿਹਾ ਜਾ ਸਕਦਾ। ਇਹ ਇੱਕ ਸਮੇਂ ਦਾ ਸੱਚ ਹੈ, ਪ੍ਰੈਜ਼ੈਂਟ ਦਾ ਸੱਚ ਹੈ। ਇਹ ਪਾਸਟ ਦਾ ਔਰ ਫਿਊਚਰ ਦਾ ਸੱਚ ਨਹੀਂ, ਭੂਤ ਦਾ ਔਰ ਭਵਿੱਖ ਦਾ ਸੱਚ ਨਹੀਂ, ਇਹ ਅੱਜ ਦਾ ਸੱਚ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਹਨ, ਉਹ ਜਿਹੋ ਜਿਹਾ ਆਪ ਹੈ ਉਹੇ ਜਿਹਾ ਉਸ ਦਾ ਨਾਮ ਹੈ। ਏਕੰਕਾਰ ਸਤਨਾਮ, ਉਸ ਦਾ ਨਾਮ ਵੀ ਸੱਚਾ ਹੈ। ਸੱਚਾ ਨਾਮ ਜਿਸ ਹੈ ਤਾਂ ਉਹਦਾ ਨਾਮ ਕਿਸੇ ਗਿਣਤੀ ਮਿਣਤੀ 'ਚ ਨਹੀਂ ਆ ਸਕਦਾ। ਉਸ ਦੇ ਨਾਮ ਦੀ ਅਸੀਂ ਉਮਰ ਨਹੀਂ ਦੱਸ ਸਕਦੇ। ਭਾਵ ਜਦੋਂ ਤੋਂ ਹੈ ਉਦੋਂ ਤੋਂ ਹੀ ਉਹਦਾ ਨਾਮ ਹੈ। ਜਿਤਨੇ ਅਸੀਂ ਨਾਮ ਸੰਸਾਰ ਵਿੱਚ ਦਿੰਦੇ ਹਾਂ, ਅਸੀਂ ਆਪਣੀ ਮਤ ਮੁਤਾਬਕ, ਆਪਣੀ ਸੋਝੀ ਮੁਤਾਬਕ ਦਿੰਦੇ ਹਾਂ, ਪਰ ਉਸ ਦਾ ਨਾਮ ਸੱਚਾ ਹੈ। ਸੱਚ ਨੂੰ ਕੋਈ ਦੱਸ ਨਹੀਂ ਸਕਦਾ, ਸੱਚ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਦੁਨੀਆ ਦੇ ਅੱਖਰ ਜਿਤਨੇ ਹਨ, ਇਹ ਜਿੰਨੀਆਂ ਭਾਸ਼ਾਵਾਂ ਹਨ, ਇਹ ਤਾਂ ਸਾਰੀਆਂ ਖਤਮ ਹੋਣੀਆਂ ਵਾਲੀਆਂ ਹਨ। ਇਹਨਾਂ ਨੇ ਨਹੀਂ ਰਹਿਣਾ, ਤੇ ਫਿਰ ਸੱਚ ਦੀਆਂ ਕਿਵੇਂ ਹੋ ਗਈਆਂ? ਇਹ ਨਾਮ ਜਦੋਂ ਇਹ ਸ੍ਰਿਸ਼ਟੀ ਤਾਂ ਬਹੁਤ ਦੂਰ ਦੀ ਗੱਲ ਹੈ, ਇਹ ਧਰਤੀ ਜਦੋਂ ਖਤਮ ਹੋ ਜਾਏਗੀ, ਇਹ ਨਾਮ ਜੋ ਅੱਜ ਅਸੀਂ ਲੈਂਦੇ ਹਾਂ, ਰਾਮ, ਸਤਨਾਮ, ਅੱਲਾ, ਖੁਦਾ, ਵਾਹਿਗੁਰੂ, ਇਹ ਵੀ ਤਾਂ ਇਸ ਸ੍ਰਿਸ਼ਟੀ ਦੇ ਨਾਲ ਹੀ ਖਤਮ ਹੋ ਜਾਣੇ ਨੇ। ਜੇ ਅਗਰ ਇਹ ਖਤਮ ਹੋ ਜਾਣੇ ਨੇ ਤੇ ਉਸ ਦਾ ਨਾਮ ਤੇ ਸੱਚਾ ਹੈ। ਉਹ ਨਾਮ ਕਿਹੋ ਜਿਹਾ ਹੈ? ਜਿਹੜਾ ਕਦੀ ਖਤਮ ਨਹੀਂ ਹੋਣਾ। ਕਬੀਰ ਸਾਹਿਬ ਦੱਸਦੇ ਹਨ, 52 ਅੱਛਰ ਤ੍ਰੈ ਲੋਕ ਸਭ ਕੁਛ ਇਨਹੀ ਮਾਂ। ਜੇ ਸ੍ਰਿਸ਼ਟੀ ਦੇ ਬਾਰੇ ਦੱਸਣਾ ਹੋਵੇ, ਪਰਮਾਤਮਾ ਦੀ ਗੱਲ ਕਰਨੀ ਹੋਵੇ, ਤਾਂ ਇਹ ਅੱਖਰ ਜ਼ਰੂਰ ਵਰਤੇ ਜਾਂਦੇ ਹਨ। ਦੇਵਨਾਗਰੀ ਲਿਪੀ ਦੇ 52 ਅੱਖਰ ਹਨ ਜੋ ਹਿੰਦੀ ਲਿਖਣ ਵੇਲੇ, ਹਿੰਦੀ ਭਾਸ਼ਾ ਲਿਖਣ ਵੇਲੇ ਵਰਤੀ ਜਾਂਦੀ ਹੈ, ਤੇ ਉਸ ਦੇ 52 ਅੱਖਰ ਹਨ। ਇਸ ਲਈ ਕਬੀਰ ਸਾਹਿਬ ਕਹਿੰਦੇ 52 ਅੱਛਰ ਤ੍ਰੈ ਲੋਕ, 3 ਲੋਕ ਉਸ ਦੇ ਅੰਦਰ ਹੀ ਲਿਖੇ ਜਾਂਦੇ ਹਨ। 3 ਲੋਕਾਂ ਦੇ ਬਾਰੇ ਉਸ ਦੇ ਅੰਦਰ ਹੀ ਲਿਖਿਆ ਜਾਂਦਾ ਹੈ। ਸਭ ਕੁਛ ਇਨਹੀ ਮਾਂ, ਸਾਰੇ ਕੁਛ ਇਹਨਾਂ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ। ਇਹ ਅੱਖਰ ਖਿਰ ਜਾਏਂਗੇ। ਕਬੀਰ ਸਾਹਿਬ ਕਹਿੰਦੇ ਇਹ ਤੇ ਅੱਖਰ ਭਾਈ ਖਤਮ ਹੋਣ ਵਾਲੇ ਹਨ। ਜਿਨ੍ਹਾਂ ਦੀ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ, ਦੇਵਨਾਗਰੀ ਦੇ 52 ਅੱਖਰਾਂ ਦੀ ਗੱਲ ਕਰਦੇ ਆ, ਕਬੀਰ ਸਾਹਿਬ ਕਹਿੰਦੇ ਇਹ ਤੇ ਖਤਮ ਹੋਣ ਵਾਲੇ ਨੇ, ਇਹ ਰਹਿਣ ਵਾਲੇ ਨਹੀਂ। 52 ਅੱਛਰ ਤ੍ਰੈ ਲੋਕ ਸਭ ਕੁਛ ਇਨਹੀ ਮਾਂ, ਇਹ ਅੱਖਰ ਖਿਰ ਜਾਏਂਗੇ। ਉਹ ਅੱਖਰ ਇਨਮੇ ਨਾ, ਉਹ ਅੱਖਰ ਇਹਨਾਂ ਅੱਖਰਾਂ ਵਿੱਚ ਨਹੀਂ ਹਨ ਜਿਹੜੇ ਉਸ ਦੀ ਗੱਲ ਕਰਦੇ ਹਨ। ਭਾਵ ਸੱਚ ਦੇ ਅੱਖਰ, ਜਿਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਸਤਨਾਮ, ਸੱਚਾ ਨਾਮ। ਅਸੀਂ ਕਈ ਵਾਰੀ ਸੋਚਦੇ ਹਾਂ
ਸਤਨਾਮ ਲੈਂਦੇ ਆ। ਸਤਨਾਮ ਇੱਕ ਕੁਐਸਚਨ ਮਾਰਕ ਹੈ, ਉਹਦਾ ਨਾਂ ਸੱਚਾ ਹੈ, ਫਿਰ ਨਾਂ ਹੈ ਕੀ? ਇਹ ਤਾਂ ਗੱਲ ਬਿਲਕੁਲ ਸਹੀ ਹੈ ਕਿ ਉਹਦਾ ਨਾਂ ਸੱਚਾ, ਪਰ ਉਹ ਨਾਂ ਹੈ ਕਿਹੜਾ? ਇਹ ਤਾਂ ਬੜੀ ਗੁਰੂ ਸਾਹਿਬ ਨੇ ਵਿਸਥਾਰ ਨਾਲ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਭਾਈ ਸਤਨਾਮ, ਉਹਦਾ ਨਾਂ ਸੱਚਾ, ਪਰ ਉਸ ਨਾਂ ਹੈ ਕਿਹੋ ਜਿਹਾ? ਗੁਰੂ ਸਾਹਿਬ ਕਹਿੰਦੇ ਹਨ ਨਾਮ ਹੈ ਕੀ? ਗੁਰਬਾਣੀ ਦੇ ਅੰਦਰ ਆਪ ਹੀ ਦੱਸਦੇ ਹਨ। ਗੁਰੂ ਸਾਹਿਬ ਨੇ ਕੋਈ ਗੁਰਬਾਣੀ ਦੇ ਅੰਦਰ ਪਰਦਾ ਨਹੀਂ ਰੱਖਿਆ ਕਿਸੇ ਗੱਲ ਦਾ, ਹਰ ਗੱਲ ਨੂੰ ਖੋਲ ਕੇ ਦੱਸਦੇ ਹਨ ਗੁਰੂ ਸਾਹਿਬ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਬਖਾਣੀਐ। ਗੁਰੂ ਸਾਹਿਬ ਕਹਿੰਦੇ ਉਸ ਸਤ ਸੰਗਤ ਕੀ ਹੈ? ਸੱਚ ਦਾ ਸੰਗ, ਸੱਚ ਦੀ ਸੰਗਤ ਕੀ ਹੈ? ਜਿੱਥੇ ਇੱਕ ਸੱਚ ਦੀ ਗੱਲ ਕੀਤੀ ਜਾਵੇ, ਇੱਕ ਨਾਮ ਦੀ ਗੱਲ ਕੀਤੀ ਜਾਵੇ, ਸੱਚ ਦੇ ਨਾਮ ਦੀ ਗੱਲ ਕੀਤੀ ਜਾਵੇ, ਉਹ ਸਤ ਸੰਗਤ ਹੈ। ਸਤਸੰਗ ਦੀ ਸ਼ਰਤ ਨਹੀਂ ਕਿ ਜੇ ਹਜ਼ਾਰਾਂ ਬੰਦੇ ਬੈਠੇ ਹੋਣ, ਲੱਖਾਂ ਬੰਦੇ ਬੈਠੇ ਹੋਣ ਜਾਂ ਸੈਂਕੜੇ ਬੰਦੇ ਬੈਠੇ ਹੋਣ ਤਾਂ ਹੀ ਸਤਸੰਗ ਹੈ। ਸਤਸੰਗ ਦੀ ਕੋਈ ਸ਼ਰਤ ਨਹੀਂ। ਸਤਸੰਗ ਦੇ ਵਿੱਚ ਦੋ ਦਾ ਹੋਣਾ ਵੀ ਕੋਈ ਜ਼ਰੂਰੀ ਨਹੀਂ। ਸਤਸੰਗ ਦੇ ਅੰਦਰ ਤਾਂ ਅਗਰ ਇੱਕ ਬੰਦੇ ਨੇ ਅੰਦਰੋਂ ਸੱਚ ਨੂੰ ਪਾ ਲਿਆ, ਪਾਪ ਉਹਨੇ ਸੱਚ ਦਾ ਸੰਗ ਕਰ ਲਿਆ, ਅਸੀਂ ਕਵਾਂਗੇ ਉਹਨੇ ਸਤਸੰਗ ਕਰ ਲਿਆ। ਸਤਸੰਗ ਦੇ ਵਿੱਚ ਤਾਂ ਦੂਸਰਾ ਬੰਦਾ ਹੋਣਾ ਵੀ ਜ਼ਰੂਰੀ ਨਹੀਂ। ਜੇ ਇੱਕ ਬੰਦਾ ਸੱਚ ਦੀ ਗੱਲ ਕਰ ਰਿਹਾ, ਸੱਚ ਦੀ ਵਡਿਆਈ ਕਰ ਰਿਹਾ, ਤਾਂ ਉਹ ਸਤਸੰਗ ਉਹਦਾ ਹੋ ਰਿਹਾ, ਕਿਉਂਕਿ ਉਹ ਸੱਚ ਨਾਲ ਮਿਲ ਰਿਹਾ, ਸੱਚ ਨਾਲ ਉਹਦਾ ਮਿਲਾਪ ਹੋ ਚੁੱਕਾ। ਜੇ ਸੱਚ ਨਾਲ ਨਹੀਂ ਮਿਲਿਆ, ਸੱਚ ਦੇ ਨਾਲ ਉਹਦਾ ਮਿਲਾਪ ਨਹੀਂ ਹੋਇਆ, ਤਾਂ ਸਤਸੰਗ ਨਹੀਂ ਹੋਇਆ। ਸਾਰੇ ਜੀਅ ਬੈਠੇ ਹੋਏ ਆ, ਜੇ ਅਗਰ ਕਿਸੇ ਨੇ ਇੱਕ ਨੇ ਵੀ ਸੱਚ ਨੂੰ ਪਾਇਆ ਹੋਵੇ ਤਾਂ ਦੂਸਰਿਆਂ ਸਾਰਿਆਂ ਨੇ ਸੱਚ ਦਾ ਸੰਗ ਕਰ ਲਿਆ। ਨਹੀਂ ਤਾਂ ਜਿੰਨੇ ਵੀ ਬੈਠੇ ਆ ਅਸੀਂ ਸਾਰੇ ਹੀ ਕਵਾਂਗੇ ਅਸੀਂ ਸਤਸੰਗ ਨਹੀਂ ਕੀਤਾ, ਅਸੀਂ ਉਸ ਦੇ ਘਰ ਦੀਆਂ ਗੱਲਾਂ ਜ਼ਰੂਰ ਕੀਤੀਆਂ, ਅਸੀਂ ਉਸ ਦੀ ਵਡਿਆਈ ਜ਼ਰੂਰ ਕੀਤੀ ਹੈ, ਪਰ ਉਹ ਸਤਸੰਗ ਨਹੀਂ ਹੋਇਆ। ਸਤਸੰਗ ਤਾਂ ਤਦ ਹੀ ਬਣੇਗਾ ਜੇ ਉੱਥੇ ਕਿਸੇ ਇੱਕ ਵੀ ਜੀਵ ਕੋਲ ਸੱਚ ਹੋਵੇ। ਜੇ ਕਿਸੇ ਇੱਕ ਜੀਵ ਕੋਲ ਵੀ ਸੱਚ ਨਹੀਂ ਤੇ ਉਹ ਸੱਚ ਦਾ ਸੰਗ ਭਾਈ ਕਿੱਦਾਂ ਹੋ ਗਿਆ? ਗੁਰੂ ਸਾਹਿਬ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ, ਕਹਿੰਦੇ ਉਹੀ ਸਤਸੰਗ ਹੈ ਜਿੱਥੇ ਸੱਚ ਹੈ। ਔਰ ਉੱਥੇ ਹੋਵੇ ਕੀ ਸਤਸੰਗ ਦੇ ਅੰਦਰ? ਇੱਕੋ ਨਾਮ ਬਖਾਣੀਆਂ, ਇੱਕ ਸੱਚ ਦੇ ਨਾਮ ਦੀ ਗੱਲ ਹੋਵੇ, ਸਤਨਾਮ ਦੀ ਗੱਲ ਹੋਵੇ, ਦੂਸਰੇ ਦੀ ਨਹੀਂ। ਕਿਸੇ ਦੇਵੀ ਦੇਵਤੇ, ਭੂਤਾਂ ਪ੍ਰੇਤਾਂ, ਸਿੱਧਾਂ ਸ਼ਹੀਦਾਂ, ਦਰਗਾਹਾਂ ਮਜ਼ਾਰਾਂ, ਕਬਰਾਂ, ਮੜੀਆਂ, ਮਸਾਣੀਆਂ ਦੀ ਗੱਲ ਨਾ ਹੋਵੇ, ਕਿਸੇ ਹੋਰ ਚੀਜ਼ ਦੀ ਗੱਲ ਨਾ ਹੋਵੇ। ਹੋਵੇ ਤਾਂ ਇੱਕ ਉਸ ਦੀ ਗੱਲ ਹੋਵੇ, ਉਹਦੇ ਨਾਮ ਦੀ ਗੱਲ ਹੋਵੇ, ਹੋਰ ਕੋਈ ਗੱਲ ਨਾ ਹੋਵੇ। ਉਹੀ ਸੱਚ ਹੈ, ਦੂਸਰਾ ਸੱਚ ਨਹੀਂ, ਦੂਸਰੀ ਸੱਚ ਦੀ ਸੰਗਤ ਨਹੀਂ। ਸਤਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਬਖਾਣੀਐ। ਅਸੀਂ ਆਮ ਸੁਣਦੇ ਹਾਂ ਇਹ ਦੋਨੋਂ ਸ਼ਬਦ, ਦੋਨੋਂ ਪੰਕਤੀਆਂ ਆਮ ਸਤਸੰਗ ਦੇ ਅੰਦਰ ਕਹੀਆਂ ਜਾਂਦੀਆਂ ਨੇ, ਪਰ ਸਤ ਗੁਰੂ ਸਾਹਿਬ ਦੱਸਦੇ ਹਨ ਇੱਕ ਨਾਮ ਹੈ ਕੀ? ਇੱਕੋ ਨਾਮ ਹੁਕਮ ਹੈ। ਗੁਰੂ ਸਾਹਿਬ ਕਹਿੰਦੇ ਇੱਕ ਨਾਮ ਉਹਦਾ ਹੁਕਮ ਹੈ, ਹੋਰ ਕੁਝ ਵੀ ਨਹੀਂ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ। ਕਹਿੰਦੇ ਮੈਨੂੰ ਗੁਰੂ ਸਾਹਿਬ ਕਹਿੰਦੇ ਸੋਝੀ ਦੇ ਦਿੱਤੀ ਸਤਿਗੁਰੂ ਨੇ, ਪਰਮੇਸ਼ਰ ਨੇ, ਕਿ ਨਾਮ ਉਹਦਾ ਹੁਕਮ ਹੈ। ਅਰੇ ਭਾਈ ਜਿਹੜਾ ਹੁਕਮ ਹੈ, ਹੁਕਮ ਤੇ ਉਹ ਆਪ ਹੀ ਹੈ, ਤੇ ਜੇ ਉਹ ਆਪ ਹੀ ਹੁਕਮ ਹੈ ਤੇ ਨਾਮ ਵੀ ਉਹ ਆਪ ਹੀ ਹੈ। ਤੇ ਨਾਮ ਉਹਦਾ ਕੋਈ ਅੱਖਰਾਂ 'ਚ ਕਿੱਦਾਂ ਆ ਗਿਆ ਜੇ ਉਹ ਆਪ ਹੀ ਤਾਂ ਹੈ? ਉਹ ਤੇ ਅੱਖਰਾਂ ਦੀ ਬਣਤਰ 'ਚ ਨਹੀਂ ਆਉਂਦਾ, ਤੇ ਫਿਰ ਉਹਦਾ ਉਹ ਕਿਸ ਤਰ੍ਹਾਂ ਹੋ ਗਿਆ ਨਾਮ ਜਿਹੜਾ ਹੈ ਬਣਤਰ ਦੇ ਵਿੱਚ ਆ ਗਿਆ, ਅੱਖਰਾਂ ਦੇ ਵਿੱਚ ਕਿਸ ਤਰ੍ਹਾਂ ਆ ਗਿਆ? ਗੁਰੂ ਸਾਹਿਬ ਸਾਫ਼ ਦੱਸਦੇ ਹਨ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ। ਕਹਿੰਦੇ ਮੈਨੂੰ ਗੁਰੂ ਸਾਹਿਬ ਨੇ ਸੋਝੀ ਦੇ ਦਿੱਤੀ, ਇਹ ਗੱਲ ਜਾਣ ਵਿੱਚ ਮੈਨੂੰ ਸਮਝ ਆ ਗਈ ਕਿ ਉਹਦਾ ਨਾਮ ਜਿਹੜਾ ਹੁਕਮ ਹੈ। ਹੁਕਮ ਕੀ ਹੈ? ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਕਹਿੰਦੇ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਸਾਜੀ, ਇਹ ਜਿਹੜਾ ਓਂਕਾਰ ਵਾਲਾ ਰੂਪ ਉਸਨੇ ਸਾਜਿਆ, ਇਹ ਸਾਰਾ ਆਪਣੇ ਹੁਕਮ ਦੇ ਵਿੱਚ ਸਾਜਿਆ। ਜਦ ਤਿਸ ਭਾਣਾ ਜਗਤ ਉਪਾਇਆ, ਜਦ ਉਹਦਾ ਹੁਕਮ ਹੋਇਆ, ਭਾਣਾ ਹੋਇਆ, ਉਹਨੇ ਸੰਸਾਰ ਬਣਾਇਆ। ਇਹ ਗੱਲ ਗੁਰੂ ਸਾਹਿਬ ਕਹਿੰਦੇ ਹਨ ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਪਰ ਕਹਿੰਦੇ ਉਸ ਹੁਕਮ ਦੇ ਬਾਰੇ ਕੋਈ ਦੱਸ ਨਹੀਂ ਸਕਦਾ, ਕਿਉਂਕਿ ਪਰਮੇਸ਼ਰ ਦੇ ਬਾਰੇ ਤਾਂ ਕੋਈ ਦੱਸ ਹੀ ਨਹੀਂ ਸਕਦਾ। ਅਸੀਂ ਪਹਿਲੇ ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਵੀ ਇਹੀ ਗੱਲ ਕੀਤੀ, ਤਾਕਾ ਅੰਤ ਨਾ ਜਾਣੈ ਕੋਈ। ਉਹਦੇ ਅੰਤ ਨਹੀਂ ਜਾਣ ਸਕਦਾ, ਉਹਦੇ ਬਾਰੇ ਕੋਈ ਦੱਸ ਨਹੀਂ ਸਕਦਾ। ਜੇ ਉਹਦਾ ਅੰਤ ਨਹੀਂ ਜਾਣ ਸਕਦਾ ਤੇ ਉਹਦੇ ਹੁਕਮ ਬਾਰੇ, ਉਹਦੇ ਨਾਮ ਬਾਰੇ ਕੌਣ ਦੱਸ ਸਕਦਾ? ਉਹਦੇ ਨਾਮ ਦੀ ਗੱਲ ਕੌਣ ਕਰ ਸਕਦਾ? ਫਿਰ ਨਾਮ ਅੱਖਰਾਂ ਵਿੱਚ ਕਿਸ ਤਰ੍ਹਾਂ ਆ ਸਕਦਾ ਹੈ? ਜੇ ਪਰਮੇਸ਼ਰ ਅੱਖਰਾਂ ਵਿੱਚ ਨਹੀਂ ਆਉਂਦਾ ਤੇ ਨਾਮ ਉਹਦਾ ਅੱਖਰਾਂ ਵਿੱਚ ਕਿਵੇਂ ਆ ਸਕਦਾ? ਜੇ ਸੱਚ ਪਰਮੇਸ਼ਰ ਹੈ, ਉਹਦਾ ਨਾਮ ਵੀ ਸੱਚ ਹੈ। ਏਕ ਓਂਕਾਰ ਸਤਿਨਾਮ। ਗੁਰੂ ਸਾਹਿਬ ਕਹਿੰਦੇ ਨਾਮ ਉਹਦਾ ਸੱਚਾ ਹੈ, ਉਹ ਆਪ ਹੀ ਸੱਚਾ ਹੈ। ਕਰਤਾ ਪੁਰਖ
ਉਹ ਇੱਕੋ ਹੀ ਤਾਂ ਕਰਤਾ ਹੈ ਔਰ ਸਾਰੇ ਸ੍ਰਿਸ਼ਟੀ ਨੂੰ ਸਾਜਣ ਵਾਲਾ, ਸਾਰੇ ਜੀਆਂ ਨੂੰ ਸਾਜਣ ਵਾਲਾ। ਜੇ ਉਹਨੇ ਡਿਊਟੀ ਲਾਈ, ਉਹ ਵੀ ਉਹਨੇ ਲਾਈ, ਤੇ ਉਸ ਡਿਊਟੀ ਨੂੰ ਪੂਰੇ ਕਰਨ ਵਾਲੇ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ, ਉਹ ਮਰਜ਼ੀ ਨਹੀਂ ਕਰ ਸਕਦੇ, ਉਹ ਆਪਣੇ ਉਹਦੇ ਹੁਕਮ ਨੂੰ ਤੋੜ ਨਹੀਂ ਸਕਦੇ। ਇਹ ਨਹੀਂ ਕਿ ਉਹ ਡਿਊਟੀ ਬੰਦ ਕਰ ਦੇਣਗੇ ਜਾਂ ਉਹ ਆਪਣੀ ਡਿਊਟੀਆਂ ਤੋਂ ਖੁੰਝਾ ਦੇਣਗੇ, ਨਹੀਂ, ਬਿਲਕੁਲ ਨਹੀਂ, ਕਿਉਂਕਿ ਉਸ ਨੇ ਜਿਸ ਦੀ ਡਿਊਟੀ ਲਾਈ ਹੈ ਉਹਨੂੰ ਉਹਦੇ ਨਾਲ ਪੂਰੀ ਕਰਨੀ ਪੈਣੀ। ਇਨਸਾਨ ਡਿਊਟੀ ਪੂਰੀ ਕਰਨ ਤੋਂ ਖੁੰਝ ਸਕਦਾ, ਇਨਸਾਨ ਆਪਣੀਆਂ ਕੁਤਾਹੀਆਂ ਕਰ ਸਕਦਾ ਹੈ, ਆਪਣੇ ਕੰਮ ਤੋਂ ਕੁਤਾਹੀ ਕਰ ਸਕਦਾ ਹੈ, ਆਪਣੀ ਜ਼ਿੰਮੇਵਾਰੀ ਤੋਂ ਭੱਜ ਸਕਦਾ ਹੈ, ਪਰ ਦੇਵਤੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ, ਕਿਉਂਕਿ ਇਹ ਉਸ ਤੇ ਪੈਦਾ ਕੀਤੇ ਹੋਏ ਹਨ, ਇਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਹਨ, ਇਹਨਾਂ ਨੂੰ ਸੋਝੀ ਹੈ। ਅਸੀਂ ਕਈ ਵਾਰੀ ਆਖਦੇ ਹਾਂ, ਕਈ ਵਾਰੀ ਸੋਚਦੇ ਹਾਂ ਵੀ ਇਹ ਪਰਮੇਸ਼ਰ ਜਿਹੜਾ ਹੈ ਇਸ ਤਰ੍ਹਾਂ ਕੰਮ ਕਿਉਂ ਕਰਦਾ। ਉਹਨੇ ਨਿਯਤੀ ਬਣਾਈ ਵੀ ਭਾਈ, ਉਹ ਰੋਜ਼ ਕੰਮ ਨਹੀਂ ਬਦਲਦਾ, ਰੋਜ਼ ਸ੍ਰਿਸ਼ਟੀ ਦੇ ਅੰਦਰ ਉਹ ਚੇਂਜਿਸ, ਤਬਦੀਲੀਆਂ ਨਹੀਂ ਕਰਦਾ। ਉਹਨੇ ਆਪਣੀ ਇੱਕ ਸ੍ਰਿਸ਼ਟੀ ਦੇ ਨਿਯਮ ਬਣਾਏ ਹੋਏ ਹਨ, ਜਿਨ੍ਹਾਂ ਨਿਯਮਾਂ ਦੇ ਵਿੱਚ ਸ੍ਰਿਸ਼ਟੀ ਚੱਲਦੀ ਹੈ। ਉਸ ਸ੍ਰਿਸ਼ਟੀ ਨੂੰ ਕੋਈ ਬੰਦਾ ਤੋੜ ਨਹੀਂ ਸਕਦਾ, ਉਸ ਸ੍ਰਿਸ਼ਟੀ ਨੂੰ ਕੋਈ ਬੰਦਾ ਜਾਣ ਨਹੀਂ ਸਕਦਾ, ਉਹਦੇ ਨਿਯਮ ਨੂੰ ਤੋੜ ਦੀ ਕਿਸੇ 'ਚ ਸਮਰੱਥਾ ਨਹੀਂ। ਈਵਨ ਦੇਵੀ ਦੇਵਤੇ ਵੀ ਉਸ ਦੀ ਸ੍ਰਿਸ਼ਟੀ ਦੇ ਨਿਯਮ ਨੂੰ ਤੋੜ ਨਹੀਂ ਸਕਦੇ, ਪਰ ਇੱਕ ਇਨਸਾਨ ਹੈ ਜਿਹੜਾ ਉਹਦੀ ਸ੍ਰਿਸ਼ਟੀ ਦੇ ਨਿਯਮ ਤੋੜ ਸਕਦਾ ਹੈ, ਤੋੜਦਾ ਹੈ, ਤੋੜ ਤਾਂ ਨਹੀਂ ਸਕਦਾ, ਤੋੜਦਾ ਹੈ। ਕਰਤਾ ਪੁਰਖ ਇੱਕੋ ਹੀ ਤਾਂ ਹੈ, ਹੋਰ ਕੋਈ ਪੁਰਖ ਨਹੀਂ। ਸਾਰੇ ਸੰਸਾਰ ਦੇ ਅੰਦਰ, ਸਾਰੀ ਦੁਨੀਆ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਅੰਦਰ ਇੱਕੋ ਹੀ ਕਰਤਾ ਪੁਰਖ ਹੈ, ਦੂਸਰਾ ਪੁਰਖ नहीं। कुछ शब्द दसते हैं इस जग में पुरख एक है, कहते इस दुनिया के अंदर एक ही पुरख है। होर सगली नार सवाई, होर जिन्नियां भी रूहां हैं संसार के अंदर, वो सारियां रूहां इस्त्री रूप विच हैं। गुरु साहब आप ही दसते हैं इस जग में पुरख एक है, होर सगली नार सवाई। वो अपने आप नूं भी इस्त्री रूप विच पेश करते हैं। गुरबाणी जितनी लिखी गई है वो गुरु साहब ने इस्त्री रूप विच लिखी है। किन्ने ही शब्द हैं, शब्द रतिया सुहागणी सच्चे शब्द सिंगार। जदों ये गल करते हैं तो इंसान की तो गल करते हैं। जिस तरह गुरु साहब के शब्द भी हैं, श्लोक महला पहला, महला का मतलब इस्त्री। असीं आम देखते हैं महला मंडल, इस्त्री का मंडल, ऐसे शहरों में पिंडों में महला मंडल बने हुए ने, ਉਹਦੇ ਲਈ ਅਸੀਂ ਮਹਿਲਾ ਮੰਡਲ ਆਖਦੇ ਹਾਂ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਮਹਿਲਾ ਪਹਿਲਾ, ਪਾਕ ਗੁਰੂ ਨਾਨਕ ਸਾਹਿਬ ਦੀ ਬਾਣੀ ਜੋ ਹੈ ਉਹ ਆਪਣੇ ਆਪ ਨੂੰ ਇਸਤਰੀ ਦੇ ਰੂਪ ਵਿੱਚ ਲਿਖਦੇ ਹਨ, ਮਹਿਲਾ ਪਹਿਲਾ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਿਲਾ ਦੂਜਾ, ਗੁਰੂ ਅਮਰਦਾਸ ਜੀ ਮਹਿਲਾ ਤੀਜਾ, ਗੁਰੂ ਰਾਮਦਾਸ ਜੀ ਮਹਿਲਾ ਚੌਥਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਿਲਾ ਪੰਜਵਾਂ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਿਲਾ ਨੌਵਾਂ। ਪਾਪ अपने उस हिसाब नाल गुरु साहब दसते हैं। इसलिए गुरु साहब कहते इस जग में पुरख एक है, होर सगली नार सवाई। जिन्नियां देवी देवते भूत प्रेत पिशाच किन्नर इंसान जितने भी हैं वो सारियां रूहां इस संसार दे अंदर इस्त्रियां हैं। करता पुरख तो इको ही है, सृष्टि नूं साजण वाला वो एक ही तो है, दूसरा होर कोई नहीं। वो किहो जिहा करता पुरख है, वो किसी तो डरता है, वो किसी की अधीनगी मनता है, वो किसी के हुक्म विच चलता है कि वह सारियां ते हुक्म चलता है कि सारे उस तो डरते हैं, वो भी किसी तो डरता है, वो किसी तो नहीं डरता। गुरु साहब उसके गुण भी दसते, क्योंकि जपजी साहब के मूल मंत्र के अंदर गुरु साहब ने परमेश्वर के गुण ही तो दसे हैं, होर तां गल ही नहीं की। सिर्फ उस परमेश्वर के गुण दसे हैं मूल मंत्र के अंदर, बाकी अगे उसनूं पाण की गल दसी है, किस तरह पाना है। निर्भव ये उसका गुण है, उसनूं किसी का डर नहीं। संसार के अंदर कितने जीव हैं, कितने देवी देवते हैं, उन्हां सारियां नूं डर है। छोटे नूं वड्डे दा डर है, वड्डे नूं उस तों वड्डे दा डर है, सारे ही डर दे विच बसते हैं। पर एक निर्भव मेरा साहब है, अकाल पुरख निर्भव है। वो किसी भाव विच नहीं है, वो किसी के डर विच नहीं है, वो किसी की ईन विच नहीं है। सारी सृष्टि उसके हुक्म विच है, वो किसी के हुक्म विच नहीं है। निर्भव वाला गुण भाई इंसान विच नहीं है। इंसान ते डरता है, इत्थों तक डरता है, मड़ियां मसाणियां दी पूजा करी जांदा,
ਇਹ ਡਰਦਾ ਹੀ ਤਾਂ ਪੂਜਾ ਕਰਦਾ। ਪੁਰਾਣੇ ਜ਼ਮਾਨੇ ਵਿੱਚ ਲੋਕ ਇੰਦਰ ਦੇਵਤੇ ਦੀ ਪੂਜਾ ਕਰਦੇ ਸਨ, ਹਵਾ ਦੀ ਪੂਜਾ ਕਰਦੇ ਸਨ। ਕਿਉਂ? ਕਿ ਉਹਨਾਂ ਨੂੰ ਡਰ ਲੱਗਦਾ ਸੀ ਹਵਾ ਤੇਜ਼ ਆਏਗੀ, ਉਡਾ ਕੇ ਲੈ ਜਾਏਗੀ। ਬਰਸਾਤ ਆ ਗਈ, ਉਹਦੀ ਪੂਜਾ ਕਰ ਦੇਣੀ, ਜਾਂ ਜਗ ਕਰ ਲੈਣੇ ਬਰਸਾਤ ਪਾਣ ਦੀ ਖਾਤਰ। ਇਹ ਸਾਰੀਆਂ ਪੂਜਾ ਡਰ ਦੀਆਂ ਪੂਜਾ ਸੀ। ਅੱਜ ਵੀ ਡਰ ਦੀਆਂ ਪੂਜਾ ਹੋ ਰਹੀਆਂ ਹਨ। ਅੱਜ ਵੀ ਕੋਈ ਕਬਰ ਵਾਲਾ ਹੈ, ਉਹਦੇ ਜਾ ਕੇ ਮੱਥੇ ਟੇਕਦੇ ਹਨ, ਕਿਤੇ ਮੇਰਾ ਨੁਕਸਾਨ ਨਾ ਕਰ ਦੇਵੇ, ਮੇਰਾ ਵਿਗਾੜ ਨਾ ਦੇਵੇ। ਅੱਜ ਲੋਕੀ ਇਹੀ ਤਾਂ ਕੰਮ ਕਰਦੇ ਹਨ। ਹੋਰ ਕਰਦੇ ਕੀ? ਕਿਸੇ ਦੀ ਮੱਝ ਨਹੀਂ ਮਿਲਦੀ, ਉਹ ਜਾਂਦਾ ਫਿਰ ਭੱਜਿਆ ਫਿਰਦਾ, ਮੱਥੇ ਟੇਕਦਾ ਕਿ ਮੇਰੀ ਮੱਝ ਮਿਲ ਜਾਵੇ। ਕਿਸੇ ਦਾ ਕਾਰੋਬਾਰ ਨਹੀਂ ਚੱਲਦਾ, ਉਹ ਕਹਿੰਦਾ ਮੇਰਾ ਕਾਰੋਬਾਰ ਚੱਲ ਜਾਵੇ। ਕਿਸੇ ਕੋਲ ਪੈਸਾ ਨਹੀਂ, ਉਹ ਪੈਸੇ ਦੀ ਖਾਤਰ ਦੌੜਿਆ ਫਿਰਦਾ। ਕੋਈ ਧੀ ਪੁੱਤਰ ਦੀ ਖਾਤਰ ਦੌੜਿਆ ਫਿਰਦਾ, ਸਿਰਫ ਡਰਦਾ ਮਾਰਿਆ ਕਦੇ ਕਿਸੇ ਤੋਂ ਮੇਰੇ ਬੱਚੇ ਦਾ ਨੁਕਸਾਨ ਨਾ ਹੋ ਜਾਵੇ, ਮੇਰੇ ਕਾਰੋਬਾਰ ਦਾ ਨੁਕਸਾਨ ਨਾ ਹੋ ਜਾਵੇ। ਇਹ ਇਨਸਾਨ ਦਾ ਡਰ ਹੈ। ਪਰ ਜਿਹੜਾ ਇਨਸਾਨ ਉਸ ਨਿਰਭਉ ਦੇ ਨਾਲ ਲੱਗ ਜਾਂਦਾ ਹੈ, ਜਿਹੜਾ ਉਸ ਨਿਰਭਉ ਵਾਲਾ ਗੁਣ ਆ ਜਾਂਦਾ ਜਿਸ ਵਿੱਚ, ਉਹ ਨਹੀਂ ਡਰਦਾ। ਕਿਉਂਕਿ ਪਰਮੇਸ਼ਰ ਹੀ ਤਾਂ ਇੱਕ ਨਿਰਭਉ ਹੈ, ਹੋਰ ਕੋਈ ਨਿਰਭਉ ਨਹੀਂ। ਤੁਸੀਂ ਕਿਸੇ ਵੀ ਦੇਵੀ ਦੇਵਤੇ, ਕਿਸੇ ਸਿੱਧ ਦੀ ਪੂਜਾ ਕਰ ਲਓ, ਕਿਸੇ ਸਿੱਧ ਸ਼ਹੀਦ ਮੜੀ ਮਸਾਣੀ ਦੀ ਪੂਜਾ ਕਰ ਲਓ, ਤੁਸੀਂ ਨਿਰਭਉ ਨਹੀਂ ਹੋ ਸਕਦੇ। ਨਿਰਭਉ ਹੋਣਾ ਤੇ ਨਿਰਭਉ ਦੇ ਨਾਲ ਲੱਗਣਾ ਪੈਣਾ। ਇਸ ਸੰਸਾਰ ਦੇ ਅੰਦਰ ਮੇਰੇ ਸਤਿਗੁਰੂ ਤੋਂ ਬਿਨਾਂ, ਮੇਰੇ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਨਿਰਭਉ ਨਹੀਂ। ਸਭ ਉਸ ਦੇ ਭਾਵ ਵਿੱਚ ਹਨ। ਇਹ ਨਿਰਭਉ ਵਾਲਾ ਜਿਹੜਾ ਗੁਣ ਹੈ, ਉਨੀ ਦੇਰ ਨਹੀਂ ਆਉਂਦਾ ਜਦ ਤੱਕ ਜੀਵ ਉਸ ਨਿਰਭਉ ਨਾਲ ਨਹੀਂ ਜੁੜ ਜਾਂਦਾ, ਨਿਰਭਉ ਦੇ ਨਾਲ ਨਹੀਂ ਲੱਗ ਜਾਂਦਾ। ਨਿਰਵੈਰ, ਇਹ ਵੀ ਉਸ ਮਾਲਕ ਦਾ ਗੁਣ ਹੈ। ਸਾਡੇ ਕੋਲ ਤਾਂ ਕਿਤਨੇ ਬੈਰੀ ਹਨ, ਇਨਸਾਨ ਦੇ ਕਿਤਨੇ ਹੀ ਬੈਰੀ ਹਨ। ਹਰ ਦੂਸਰਾ ਬੰਦਾ ਦੂਸਰੇ ਦਾ ਬੈਰੀ ਬਣਿਆ ਬੈਠਾ, ਪਰ ਪਰਮੇਸ਼ਰ ਤਾਂ ਕਿਸੇ ਦਾ ਬੈਰੀ ਨਹੀਂ, ਉਹ ਤਾਂ ਕਿਸੇ ਦਾ ਦੁਸ਼ਮਣ ਨਹੀਂ। ਭਾਈ ਤੂੰ ਕਿਉਂ ਬੈਰੀ ਹੋਇਆ? ਤੈਨੂੰ ਦੂਸਰੇ ਕਿਉਂ ਲੱਗਦੇ ਹਨ ਬੇਗਾਨੇ? ਤੈਨੂੰ ਦੂਸਰੇ ਦੁਸ਼ਮਣ ਕਿਉਂ ਨਜ਼ਰ ਆਉਂਦੇ ਹਨ? ਕਿਉਂਕਿ ਤੇਰੇ ਵਿੱਚ ਨਿਰਭਉ ਨਿਰਵੈਰ ਵਾਲਾ ਗੁਣ ਨਹੀਂ। ਜੇ ਤੇਰੇ ਵਿੱਚ ਨਿਰਭਉ ਵਾਲਾ ਗੁਣ ਹੋਵੇ, ਤੂੰ ਵੀ ਕਿਸੇ ਨੂੰ ਬੁਰਾ ਨਾ ਸਮਝੇ। ਨਿਰਵੈਰ ਤਾਂ ਇੱਕੋ ਹੀ ਹੈ। ਕਦੀ ਦੇਖਿਆ ਕਿਸੇ ਪਰਮਾਤਮਾ ਨੇ ਕਿਸੇ ਜੀਵ ਦਾ ਨੁਕਸਾਨ ਕੀਤਾ ਹੋਵੇ? ਕਦੀ ਸੁਣਿਆ ਪਰਮਾਤਮਾ ਨੇ ਕਿਸੇ ਨਾਲ ਬੈਰ ਕਮਾਇਆ ਹੋਵੇ? ਉਹ ਕਿਸੇ ਨਾਲ ਬੈਰ ਨਹੀਂ ਕਮਾਉਂਦਾ। ਨਾ ਕੋ ਬੈਰੀ ਮੀਤ ਬੇਗਾਨਾ ਜੀ। ਗੁਰੂ ਸਾਹਿਬ ਕਹਿੰਦੇ ਉਹਦਾ ਕੋਈ ਨਾ ਬੈਰੀ ਹੈ ਤੇ ਨਾ ਮਿੱਤਰ ਹੈ, ਨਾ ਕੋਈ ਬੇਗਾਨਾ ਨਾ ਆਪਣਾ। ਉਹਦੇ ਲਈ ਸਾਰੇ ਬਰਾਬਰ ਹਨ। ਜੇ ਅਗਰ ਉਹਦੇ ਲਈ ਸਾਰੇ ਬਰਾਬਰ ਹਨ, ਪਰ ਇਨਸਾਨ ਦੇ ਲਈ ਤਾਂ ਸਾਰੇ ਬਰਾਬਰ ਨਹੀਂ। ਇਨਸਾਨ ਦਾ ਆਪਣਾ ਬੱਚਾ ਆਪਣਾ, ਦੂਸਰਾ ਬੇਗਾਨਾ ਹੈ। ਇਨਸਾਨ ਦਾ ਇੱਕ ਦੂਸਰਾ ਦੁਸ਼ਮਣ ਹੈ, ਤੇ ਇਨਸਾਨ ਦਾ ਕੋਈ ਮਿੱਤਰ ਹੈ, ਕੋਈ ਦੋਸਤ ਹੈ, ਪਰ ਉਹਦਾ ਤਾਂ ਕੋਈ ਮਿੱਤਰ ਵੀ ਨਹੀਂ, ਕੋਈ ਦੋਸਤ ਵੀ ਨਹੀਂ। ਨਿਰਵੈਰ ਤਾਂ ਗੁਣ ਜਿਹੜਾ ਹੈ ਉਹ ਪਰਮੇਸ਼ਰ ਦਾ ਹੈ। ਨਿਰਵੈਰ ਵਾਲਾ ਗੁਣ ਇਨਸਾਨ ਵਿੱਚ ਨਹੀਂ ਆਉਂਦਾ ਜਦ ਤੱਕ, ਉਦੋਂ ਤੱਕ ਉਹ ਪਰਮੇਸ਼ਰ ਨੂੰ ਨਹੀਂ ਮਿਲ ਸਕਦਾ। ਅਗਰ ਉਹਦੇ ਵਾਲਾ ਗੁਣ ਆਵੇ ਤਾਂ ਉਹ ਨਿਰਵੈਰਾ ਹੋਵੇ, ਨਿਰਵੈਰਾ ਹੋਵੇ ਤਾਂ ਨਿਰਵੈਰੇ ਨਾਲ ਮਿਲੇਗਾ, ਨਹੀਂ ਤੇ ਨਹੀਂ ਮਿਲੇਗਾ। ਇਸੇ ਤਰ੍ਹਾਂ ਜੇ ਨਿਰਭਉ ਹੋਏਗਾ ਤਾਂ ਨਿਰਭਉ ਨੂੰ ਮਿਲੇਗਾ, ਨਹੀਂ ਤੇ ਨਹੀਂ ਮਿਲੇਗਾ। ਇਹ ਨਿਰਭਉ ਨਿਰਵੈਰ ਇਹ ਉਸ ਅਕਾਲ ਪੁਰਖ ਦੇ ਗੁਣ ਹਨ, ਕਿਸੇ ਇਨਸਾਨ ਦੇ ਗੁਣ ਨਹੀਂ। ਇਨਸਾਨ ਤਾਂ ਹਮੇਸ਼ਾ ਹੀ ਇਹਨਾਂ ਦੁਸ਼ਮਣੀਆਂ ਦੇ ਵਿੱਚ, ਇਸ ਡਰ ਦੇ ਵਿੱਚ ਫਸਿਆ ਹੋਇਆ ਹੈ। ਇਸ ਤੋਂ ਬਾਹਰ ਨਿਕਲਦਾ ਹੀ ਨਹੀਂ, ਬਾਹਰ ਨਿਕਲ ਹੀ ਨਹੀਂ ਸਕਦਾ। ਨਿਰਭਉ ਨਿਰਵੈਰ ਅਕਾਲ, ਉਹ ਅਕਾਲ ਹੈ, ਮਰਦਾ ਜਨਮਦਾ ਨਹੀਂ। ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰੇ ਮਰਦੇ ਹਨ, ਜਨਮਦੇ ਹਨ, ਆਉਂਦੇ ਹਨ, ਜਾਂਦੇ ਹਨ, ਪਰ ਉਹ ਪਰਮੇਸ਼ਰ ਨੂੰ ਮੌਤ ਨਹੀਂ ਹੁੰਦੀ। ਉਹ ਕਾਲ ਤੋਂ ਉੱਪਰ ਹੈ। ਸਾਰੀ ਸ੍ਰਿਸ਼ਟੀ ਕਾਲ ਦੇ ਵਿੱਚ ਬੱਝੀ ਹੋਈ ਹੈ, ਸਮੇਂ ਦੇ ਅੰਦਰ ਬੱਝੀ ਹੋਈ ਹੈ। ਹਰ ਜੀਵ ਦਾ ਸਮਾਂ ਨਿਸ਼ਚਿਤ ਹੈ। ਇੱਥੋਂ ਤੱਕ ਇਹ ਸ੍ਰਿਸ਼ਟੀ ਦਾ ਸਮਾਂ ਵੀ ਨਿਸ਼ਚਿਤ ਹੈ। ਇਹ ਉਸਨੇ ਜਦੋਂ ਬਣਾਈ, ਇਸ ਨੂੰ ਖਤਮ ਹੋਣ ਦਾ ਸਮਾਂ ਵੀ ਉਹਦੇ ਘਰ ਵਿੱਚ ਨਿਯਤ ਹੈ। ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕ ਓਂਕਾਰ। ਗੁਰੂ ਸਾਹਿਬ ਕਹਿੰਦੇ ਇਹ ਜਿਹੜਾ ਪਸਾਰਾ ਹੈ, ਇਹ ਵੀ ਸਮੇਂ ਦੇ ਨਾਲ ਬਣਦਾ ਹੈ ਤੇ ਖਤਮ ਹੋ ਜਾਂਦਾ ਹੈ, ਤੇ ਪਰਮੇਸ਼ਰ ਸਦਾ ਹੀ ਰਹਿੰਦਾ ਹੈ ਇਸ ਸੰਸਾਰ ਦੇ ਵਿੱਚ, ਉਹ ਨਹੀਂ ਖਤਮ ਹੁੰਦਾ। ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਅੰਦਰ, ਸਾਰੀ ਦੁਨੀਆ ਦੇ ਅੰਦਰ ਕਦੀ ਕੋਈ ਪੱਕਾ ਨਹੀਂ ਰਿਹਾ। ਜਦੋਂ ਕੋਈ ਜੀਵ ਆਉਂਦਾ ਤਾਂ ਉਸ ਦੀ ਪਹਿਲੇ ਮੌਤ ਲਿਖੀ ਜਾਂਦੀ, ਤਾਂ ਉਸ ਨੂੰ ਸੰਸਾਰ ਵਿੱਚ ਭੇਜਿਆ ਜਾਂਦਾ। ਉਸ ਦਾ ਖਾਣ ਪੀਣ ਲਿਖਿਆ ਜਾਂਦਾ, ਤਾਂ ਉਸ ਨੂੰ ਇਸ ਸੰਸਾਰ ਵਿੱਚ ਭੇਜਿਆ ਜਾਂਦਾ, ਉਸ ਤੋਂ ਪਹਿਲਾਂ ਨਹੀਂ।
ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜਾ ਮਾਈ। ਗੁਰੂ ਸਾਹਿਬ ਦੱਸਦੇ ਹਨ ਜਦੋਂ ਵੀ ਕੋਈ ਇਨਸਾਨ ਇਸ ਸ੍ਰਿਸ਼ਟੀ ਤੇ ਆਉਂਦਾ ਹੈ, ਜਨਮ ਲੈਂਦਾ ਹੈ, ਤਾਂ ਉਸ ਦਾ ਮਰਨ ਪਹਿਲਾਂ ਲਿਖਿਆ ਜਾਂਦਾ ਹੈ। ਇਹ ਨਹੀਂ ਕਿ ਬੰਦਾ ਜਨਮ ਲੈ ਲਵੇ ਤੇ ਉਹਦਾ ਮਰਨ ਬਾਅਦ ਵਿੱਚ ਲਿਖਿਆ ਜਾਵੇ, ਨਹੀਂ ਭਾਈ, ਪਹਿਲੇ ਮਰਨ ਲਿਖਿਆ ਜਾਂਦਾ ਤੇ ਫਿਰ ਉਸ ਨੂੰ ਜਨਮ ਮਿਲਦਾ ਹੈ। ਇਸੇ ਤਰ੍ਹਾਂ ਪਹਿਲੇ ਉਸ ਦਾ ਖਾਣ ਪੀਣ ਲਿਖਿਆ ਜਾਂਦਾ, ਫਿਰ ਉਸ ਨੂੰ ਜਨਮ ਮਿਲਦਾ ਹੈ। ਜੇ ਅਗਰ ਉਹਦਾ ਖਾਣ ਪੀਣ ਪਹਿਲਾਂ ਨਾ ਲਿਖਿਆ ਜਾਵੇ ਤੇ ਜਨਮ ਲੈਣ ਤੋਂ ਬਾਅਦ ਉਹ ਇਸ ਸੰਸਾਰ ਵਿੱਚ ਕੀ ਖਾਏਗਾ? ਔਰ ਅਗਰ ਲਿਖਿਆ ਹੈ ਤਦ ਹੀ ਤਾਂ ਮਾਂ ਦੇ ਦੁੱਧ ਆ ਜਾਂਦਾ ਹੈ ਬੱਚੇ ਦੇ ਪੇਟ 'ਚ ਹੁੰਦਿਆਂ। ਜੇ ਨਾ ਲਿਖਿਆ ਹੋਵੇ, ਮਾਂ ਦੇ ਦੁੱਧ ਹੀ ਨਾ ਆਵੇ, ਕਿੱਥੋਂ ਪੀਏਗਾ ਬੱਚਾ? ਜੇ ਅਗਰ ਉਹਨੇ ਨਾ ਲਿਖਿਆ ਹੋਵੇ ਉਹਦਾ ਖਾਣਾ ਪੀਣਾ ਜੀਵ ਦਾ, ਤਾਂ ਕਿੱਥੋਂ ਖਾਏਗਾ? ਭਾਵ ਉਸਨੇ ਇਸ ਸੰਸਾਰ ਵਿੱਚ ਜੀਵ ਨੂੰ ਭੇਜਣ ਤੋਂ ਪਹਿਲਾਂ ਉਸ ਦਾ ਖਾਣ ਪੀਣ, ਉਸ ਦੇ ਜੀਵਨ ਦੀਆਂ ਲੋੜਾਂ ਸਾਰੀਆਂ ਪੂਰੀਆਂ ਕੀਤੀਆਂ। ਪਰ ਅਸੀਂ ਇਸ ਲੋੜਾਂ ਨੂੰ ਪੂਰੀਆਂ ਕਰਨ ਦੀ ਖਾਤਰ ਸਾਰਾ ਦਿਨ ਬੁਰੇ ਕਰਮ ਕਰਦੇ ਹਾਂ। ਇਹਨਾਂ ਲੋੜਾਂ ਨੂੰ ਪੂਰੀਆਂ ਕਰਨ ਖਾਤਰ ਅਸੀਂ ਕਿਸੇ ਦਾ ਗਲਾ ਵੀ ਕੱਟਦੇ ਹਾਂ। ਇਹਨਾਂ ਲੋੜਾਂ ਨੂੰ ਪੂਰਾ ਕਰਨ ਕਰਕੇ ਕਿਸੇ ਨਾਲ ਠੱਗੀ ਵੀ ਮਾਰਦੇ ਹਾਂ। ਅਰੇ ਭਾਈ, ਜਦ ਤੈਨੂੰ ਪਹਿਲੇ ਉਸਨੇ ਲਿਖ ਦਿੱਤਾ ਕਿ ਤੈਨੂੰ ਖਾਣ ਨੂੰ ਮਿਲੇਗਾ, ਫਿਰ ਤੂੰ ਕਿਉਂ ਚਿੰਤਾ ਕਰਦਾ? ਫਿਰ ਤੂੰ ਕਿਉਂ ਇਸ ਗੱਲ ਵਿੱਚ ਫਸਿਆ ਹੋਇਆ ਕਿ ਮੈਨੂੰ ਖਾਣ ਨੂੰ ਮਿਲੇਗਾ ਕਿ ਨਹੀਂ ਮਿਲੇਗਾ? ਜਦ ਤੈਨੂੰ ਪਹਿਲੇ ਹੀ ਲਿਖ ਦਿੱਤਾ ਤੈਨੂੰ ਕੀ ਖਾਣਾ ਮਿਲੇਗਾ, ਫਿਰ ਤੂੰ ਕਿਉਂ ਭੱਜਿਆ ਫਿਰਦਾ, ਕਿਉਂ ਦੌੜਿਆ ਫਿਰਦਾ? ਜੇ ਤੇਰੀ ਮੌਤ ਵੀ ਉਹਨੇ ਪਹਿਲਾਂ ਲਿਖ ਦਿੱਤੀ, ਕਿਉਂਕਿ ਜੇ ਮੌਤ ਪਹਿਲਾਂ ਨਾ ਲਿਖੇ ਤੇ ਜਨਮ ਨਹੀਂ ਮਿਲਦਾ। ਜਨਮ ਤੋਂ ਪਹਿਲਾਂ ਮੌਤ ਲਿਖੀ ਜਾਂਦੀ। ਜਿਸ ਤਰ੍ਹਾਂ ਗੁਰੂ ਸਾਹਿਬ ਦਾ ਸ਼ਬਦ ਲਿਆ, ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜਾ ਮਾਈ। ਉਹ ਤਾਂ ਪਰਮੇਸ਼ਰ ਤਾਂ ਬਹੁਤ ਵੱਡੀ ਤਾਕਤ ਹੈ ਇਸ ਸੰਸਾਰ ਦੇ ਅੰਦਰ ਵੀ। ਅਗਰ ਕਿਸੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਪਹਿਲੇ ਉਸ ਦੀ ਨੌਕਰੀ ਦੇਣ ਵਾਲੇ ਨੂੰ ਆਡਿਟ ਡਿਪਾਰਟਮੈਂਟ ਦੇ ਵਿੱਚੋਂ ਉਹਦੀ ਤਨਖਾਹ ਨਿਯਤ ਕੀਤੀ ਜਾਂਦੀ ਹੈ, ਤਾਂ ਕਿ ਜਦੋਂ ਇਹ ਕੰਮ ਤੇ ਲੱਗੇ ਇਸ ਦੀ ਪਹਿਲੀ ਤਾਰੀਖ ਨੂੰ ਇਸ ਨੂੰ ਤਨਖਾਹ ਮਿਲ ਜਾਵੇ, ਨਹੀਂ ਤਾਂ ਖਾਏਗਾ ਕੀ? ਇਸੇ ਤਰ੍ਹਾਂ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਜੀਵ ਦਾ ਖਾਣ ਪੀਣ ਪਹਿਲੇ ਹੀ ਲਿਖਿਆ ਜਾਂਦਾ, ਤਦ ਉਸ ਨੂੰ ਜਨਮ ਦਿੱਤਾ ਜਾਂਦਾ ਹੈ। ਪਰ ਇਹ ਜੀਵ ਦਾ ਮੌਤ ਆਉਣੀ, ਇਹ ਸ੍ਰਿਸ਼ਟੀ ਦਾ ਖਤਮ ਹੋਣਾ, ਈਵਨ ਦੇਵੀ ਦੇਵਤਿਆਂ ਦੀਆਂ ਵੀ ਉਮਰਾਂ ਹਨ। ਸ਼੍ਰੀਮਦ ਭਾਗਵਤ ਪੁਰਾਣ ਦੇ ਅੰਦਰ ਦੱਸਦੇ ਹਨ ਇਹਨਾਂ ਦੀਆਂ ਵੀ ਉਮਰਾਂ ਨਿਯਤ ਹਨ, ਇਹਨਾਂ ਨੇ ਵੀ ਜਾਣਾ ਹੈ, ਇੱਥੇ ਕਿਸੇ ਨੇ ਨਹੀਂ ਰਹਿਣਾ। ਇੱਕ ਅਕਾਲ ਪੁਰਖ ਹੈ ਜਿਹੜਾ ਕਦੀ ਜਿਸ ਨੂੰ ਮੌਤ ਨਹੀਂ ਆਉਂਦੀ, ਬਾਕੀ ਸਾਰਿਆਂ ਨੂੰ ਹੀ ਮੌਤ ਆਉਂਦੀ ਹੈ। ਕਦੀ ਅਕਾਲ ਕਿਹਾ ਜਾਂਦਾ। ਮੌਤ ਤੋਂ ਪਰੇ, ਮੌਤ ਤੋਂ ਉੱਪਰ ਇੱਕੋ ਹੀ ਤਾਂ ਹੈ। ਹੋਰ ਤੇ ਸਾਰੇ ਮੌਤ ਦੇ ਅੰਦਰ ਹੀ ਤਾਂ ਹਨ, ਮੌਤ ਦੇ ਦਾਇਰੇ ਦੇ ਵਿੱਚ ਹੀ ਹਨ। ਕਾਲ ਉਸ ਦੇ ਅਧੀਨ ਹੈ, ਬਾਕੀ ਸਾਰੀ ਦੁਨੀਆ ਕਾਲ ਦੇ ਅਧੀਨ ਹੈ, ਕਾਲ ਉਸ ਦੇ ਅਧੀਨ ਹੈ। ਸਮਾਂ ਉਹਦੇ ਅਧੀਨ ਹੈ ਤੇ ਬਾਕੀ ਸਾਰੀ ਦੁਨੀਆ ਸਮੇਂ ਦੇ ਅਧੀਨ ਹੈ। ਸਮਾਂ ਕਦੋਂ ਸ਼ੁਰੂ ਹੁੰਦਾ? ਜਦੋਂ ਉਹ ਸ੍ਰਿਸ਼ਟੀ ਸਾਜਦਾ, ਉਸ ਦਾ ਸਮਾਂ ਸ਼ੁਰੂ ਹੋ ਜਾਂਦਾ। ਜਦੋਂ ਉਹ ਸ੍ਰਿਸ਼ਟੀ ਸਮੇਟ ਲੈਂਦਾ ਤੇ ਸਮਾਂ ਖਤਮ ਹੋ ਜਾਂਦਾ, ਕਿਉਂਕਿ ਉੱਥੇ ਕੁਛ ਰਹਿੰਦਾ ਹੀ ਨਹੀਂ। ਜਦੋਂ ਅਸੀਂ ਜਿਸ ਤਰ੍ਹਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਕੁਛ ਨਹੀਂ ਹੁੰਦਾ। ਅਰਬਦ ਨਰਬਦ ਧੁੰਦੂ ਕਾਰਾ, ਤਰਨ ਨ ਗਗਨਾ ਹੁਕਮ ਅਪਾਰਾ, ਬ੍ਰਹਮਾ ਵਿਸ਼ਨ ਮਹੇਸ਼ ਨ ਕੋਈ, ਅਬਰ ਨ ਦੀਸਾ ਏਕੋ ਸੋਈ। ਜਾ ਤਿਸ ਭਾਣਾ ਤਾਂ ਜਗਤ ਅਪਾਇਆ, ਬਾਜ ਕਲਾ ਆਡਾਂਡ ਰਹਾਇਆ, ਬ੍ਰਹਮਾ ਵਿਸ਼ਨ ਮਹੇਸ਼ ਅਪਾਏ, ਮਾਇਆ ਮੋਹ ਵਧਾਈਂਦਾ। ਸਾਫ਼ ਗੁਰੂ ਸਾਹਿਬ ਦੱਸਦੇ ਹਨ ਭਾਈ, ਇਹ ਜਿਹੜਾ ਸਾਰਾ ਅਡੰਬਰ ਹੈ ਇਹ ਉਸ ਦਾ ਬਣਾਇਆ ਹੋਇਆ, ਇਹ ਖਤਮ ਹੋ ਜਾਂਦਾ, ਪਰ ਉਹ ਆਪ ਖਤਮ ਨਹੀਂ ਹੁੰਦਾ। ਉਹ ਆਪ ਸਦਾ ਲਈ ਹੈ ਔਰ ਸਦਾ ਲਈ ਰਹੇਗਾ। ਅਕਾਲ ਮੂਰਤ, ਉਹਦੀ ਕੋਈ ਸ਼ਕਲ ਵੀ ਤੇ ਨਹੀਂ। ਸ਼ਕਲ ਕਿਸ ਤਰ੍ਹਾਂ ਦੀ ਹੋਏਗੀ? ਉਹ ਕਿਸੇ ਰੂਪ 'ਚ ਨਹੀਂ ਆਉਂਦਾ, ਰੇਖ ਦੇ ਵਿੱਚ ਨਹੀਂ ਆਉਂਦਾ, ਉਸ ਦਾ ਕੋਈ ਆਕਾਰ ਨਹੀਂ। ਉਹ ਨਿਰਾਕਾਰ ਹੈ, ਨਿਰੰਕਾਰ। ਇਸੇ ਲਈ ਤਾਂ ਅਸੀਂ ਕਹਿੰਦੇ ਹਾਂ ਨਿਰਾਕਾਰ, ਜਿਹਦਾ ਕੋਈ ਆਕਾਰ ਨਹੀਂ। ਸ੍ਰਿਸ਼ਟੀ ਦੇ ਅੰਦਰ ਜਿਤਨੀਆਂ ਵੀ ਵਸਤੂਆਂ ਹਨ, ਜਿਤਨੇ ਵੀ ਜੀਵ ਹਨ, ਉਹਨਾਂ ਸਾਰਿਆਂ ਦੇ ਆਕਾਰ ਹਨ। ਪਰਮੇਸ਼ਰ ਦਾ ਕੋਈ ਆਕਾਰ ਨਹੀਂ, ਪ੍ਰਕਾਸ਼ ਦਾ ਕੋਈ ਆਕਾਰ ਨਹੀਂ। ਪਰ ਪਰਮਾਤਮਾ ਪ੍ਰਕਾਸ਼ ਵੀ ਨਹੀਂ ਆਖਾਂਗਾ, ਕਿਉਂਕਿ ਪਰਮਾਤਮਾ ਪ੍ਰਕਾਸ਼ ਹੋਵੇ ਤਾਂ ਫਿਰ ਤਾਂ ਮੈਂ ਉਹਦੀ ਵਡਿਆਈ ਕਰ ਦਿੱਤੀ ਕਿ ਪਰਮਾਤਮਾ ਪ੍ਰਕਾਸ਼ ਹੈ, ਕਿਉਂਕਿ ਉਹ ਤੇ ਕਹਿਣ ਸੁਣਨ ਤੋਂ ਪਰੇ ਦੀ ਗੱਲ ਹੈ। ਉਸ ਦੇ ਬਾਰੇ ਤਾਂ ਦੱਸਿਆ ਹੀ ਨਹੀਂ ਜਾ ਸਕਦਾ। ਜਿਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ, ਮੈਂ ਉਹਨੂੰ ਪ੍ਰਕਾਸ਼ ਕਿੱਦਾਂ ਕਵਾਂ? ਜਿਹਦੇ ਬਾਰੇ ਮੈਂ ਜੇ ਉਹਨੂੰ ਕਹਾਂ ਕਿ ਉਹ ਆਵਾਜ਼ ਹੈ, ਆਵਾਜ਼ ਕਿਸ ਤਰ੍ਹਾਂ ਕਵਾਂ? ਜੇ ਇਹ ਆਵਾਜ਼ ਹੈ ਤਾਂ ਮੈਂ ਉਹਨੂੰ ਦੱਸ ਦਿੱਤਾ ਕਿ ਉਹ ਆਵਾਜ਼ ਹੈ।
वो प्रकाश भी नहीं, वो आवाज भी नहीं, पर निराकार है, उसका कोई आकार नहीं। निरंकार ਦਾ ਕੋਈ ਆਕਾਰ ਨਹੀਂ। ਬਾਕੀ ਸਾਰੀਆਂ ਚੀਜ਼ਾਂ ਦੇ, ਵਸਤੂਆਂ ਦੇ, ਖੰਡ ਬ੍ਰਹਮੰਡ ਸਭ ਦੇ ਆਕਾਰ ਹਨ। ਜਿਸ ਦਾ ਆਕਾਰ ਹੈ ਉਹਨੇ ਖਤਮ ਵੀ ਹੋਣਾ ਹੈ। ਜੋ ਨਿਰਾਕਾਰ ਹੈ ਨਾ ਉਹ ਬਣਿਆ ਹੈ ਨਾ ਉਸਨੇ ਖਤਮ ਹੋਣਾ ਹੈ। ਇਸ ਸੰਸਾਰ ਦੇ ਅੰਦਰ ਜਦੋਂ ਵੀ ਕੋਈ ਜੀਵ ਉਸ ਮਾਲਕ ਨੂੰ ਪਾ ਲੈਂਦਾ ਹੈ ਤਾਂ ਉਹ ਉਸੇ ਦਾ ਰੂਪ ਹੋ ਜਾਂਦਾ ਹੈ। ਜਦੋਂ ਕੋਈ ਜੀਵ ਉਸ ਮਾਲਕ ਨੂੰ ਪਾ ਲੈਂਦਾ ਹੈ ਤਾਂ ਉਹ ਉਸੇ ਦਾ ਰੂਪ ਹੋ ਜਾਂਦਾ ਹੈ। ਜਿਤਨੇ ਵੀ ਮਹਾਂਪੁਰਖ ਹੋਏ ਹਨ, ਜਿਨੇ ਉਸ ਮਾਲਕ ਦੇ ਨਾਲ ਇੱਕਮਿਕ ਹੋਏ ਹਨ, ਉਹ ਸਾਰੇ ਹੀ ਉਸ ਦਾ ਰੂਪ ਹੋਏ ਹਨ, ਪਰ ਸ਼ਰਤ ਹੈ ਕਿ ਉਹਦੇ ਨਾਲ ਮਿਲੇ ਹੋਣ, ਦੂਸਰੇ ਨਹੀਂ, ਜਿਸ ਨੂੰ ਅਸੀਂ ਸ਼ਬਦ ਸਰੂਪ ਵੀ ਆਖ ਦਿੰਦੇ ਹਾਂ। ਭਾਵ ਉਹਦਾ ਰੂਪ ਹੋ ਜਾਣਾ, ਤਦ ਰੂਪਤਾ ਵੀ ਆਖਦੇ ਹਾਂ। ਜਿਹੜੇ ਉਸ ਨੂੰ ਨਹੀਂ ਮਿਲਦੇ ਉਹਦਾ ਰੂਪ ਨਹੀਂ ਹੋ ਸਕਦੇ। ਉਹਦਾ ਰੂਪ ਕੌਣ ਹੋ ਸਕਦਾ ਹੈ? ਜਿਹੜਾ ਜਿਹਦੇ ਵਿੱਚੋਂ ਦੀ ਉਹਦਾ ਪ੍ਰਕਾਸ਼ ਗੁਜ਼ਰ ਜਾਂਦਾ। ਜਿਸ ਤਰ੍ਹਾਂ ਸਿਨੇਮੇ ਦੇ ਉੱਪਰ ਉਹੀ ਪਿਕਚਰ ਨਜ਼ਰ ਆਉਂਦੀ ਜਿਹਦੇ ਵਿੱਚੋਂ ਦੀ ਪ੍ਰਕਾਸ਼ ਗੁਜ਼ਰਦਾ, ਦੂਸਰੀ ਪਿਕਚਰ ਨਜ਼ਰ ਨਹੀਂ ਆਉਂਦੀ। ਇਸੇ ਤਰ੍ਹਾਂ ਜਿਸ ਜੀਵ ਦੇ ਅੰਦਰ ਉਹ ਨਿਰਾਕਾਰ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ, ਉਹ ਜੀਵ ਉਸੇ ਦਾ ਰੂਪ ਹੋ ਜਾਂਦਾ ਹੈ। ਉਹ ਪ੍ਰਮਾਤਮਾ ਉਸੇ ਦਾ ਰੂਪ ਹੋ ਜਾਂਦਾ ਹੈ। ਨਾਮੇ ਕੋ ਸੁਆਮੀ ਵਿਠਲ ਕੈਸਾ, ਪਾਣੀ में मुख देखे जैसा। ਭਗਤ ਨਾਮਦੇਵ ਜੀ ਦੱਸਦੇ ਹਨ, ਪਾਣੀ में मुख देखे जैसा। ਕਹਿੰਦੇ ਜਿਸ ਤਰ੍ਹਾਂ ਮੈਂ ਆਪਣਾ ਪਾਣੀ ਦੇ ਵਿੱਚ ਸ਼ਕਲ ਦੇਖ ਲੈਂਦਾ ਹਾਂ, ਮੇਰਾ ਸੁਆਮੀ, ਮੇਰਾ ਮਾਲਕ, ਨਾਮੇ ਕੋ ਸੁਆਮੀ ਵਿਠਲ ਐਸਾ। ਕਹਿੰਦੇ ਉਹ ਜਿਹਾ ਹੀ ਮੇਰਾ ਪਰਮਾਤਮਾ ਹੈ, ਜਿਹੋ ਜਿਹਾ ਮੈਂ ਆਪਣਾ ਮੂੰਹ ਪਾਣੀ ਦੇ ਵਿੱਚ ਦੇਖ ਲੈਂਦਾ ਹਾਂ। ਤੇ ਫਿਰ ਪਰਮਾਤਮਾ ਦਾ ਤਾਂ ਕੋਈ ਰੂਪ ਨਹੀਂ, ਉਹ ਤਾਂ ਨਿਰਾਕਾਰ ਹੈ। ਉਹਦਾ ਆਕਾਰ ਨਹੀਂ, ਉਹਦਾ ਆਕਾਰ ਤੇ ਉਹੀ ਸੰਤ, ਉਹੀ ਪਰਮੇਸ਼ਵਰ ਦਾ ਸਰੂਪ ਹਨ, ਜਿਹੜੇ ਉਸਦੇ ਨਾਲ ਇੱਕਮਿਕ ਹੋਏ ਹਨ, ਦੂਸਰੇ ਨਹੀਂ। ਕੱਲੇ ਸੰਤ ਕਹਾ ਲੈਣ ਦੇ ਨਾਲ, ਸਾਧੂ ਕਹਾ ਲੈਣ ਦੇ ਨਾਲ, ਕੱਪੜੇ ਪਾ ਲੈਣ ਦੇ ਨਾਲ, ਡੇਰਾ ਬਣਾ ਲੈਣ ਦੇ ਨਾਲ, ਜਾਂ ਕੋਈ ਵੀ ਹੋਰ ਐਸਾ ਕਰਮ ਕਾਂਡ ਕਰਨ ਦੇ ਨਾਲ ਕੋਈ ਸਾਧੂ ਨਹੀਂ ਬਣ ਜਾਂਦਾ। ਸਾਧੂ ਦੀ ਅਵਸਥਾ ਤੇ ਬੜੀ ਉੱਚੀ ਹੈ। ਸੋਈ ਸੰਤ ਜੋ ਇਹ ਗੜ ਲੀਨਾ, 9 ਦੁਆਰੇ ਬੰਦ ਕਰ, 10ਵੇਂ ਪ੍ਰਗਟ ਕੀਨਾ। ਕਬੀਰ ਸਾਹਿਬ ਕਹਿੰਦੇ ਸੰਤ ਕੌਣ ਹੈ? ਉਹਦਾ ਰੂਪ ਕੌਣ ਹੈ? ਕਹਿੰਦੇ ਉਹੀ ਸੰਤ ਹੈ ਜੋ ਇਹ ਸਰੀਰ ਰੂਪੀ ਕਿਲੇ ਨੂੰ ਜਿੱਤ ਲੈਂਦਾ ਹੈ, 9 ਦਰਵਾਜ਼ਿਆਂ ਨੂੰ ਬੰਦ ਕਰ ਲੈਂਦਾ ਹੈ, 10ਵੇਂ ਦਰਵਾਜ਼ੇ ਆਪਣੇ ਆਪ ਨੂੰ ਪ੍ਰਗਟ ਕਰ ਲੈਂਦਾ ਹੈ। ਜਿਹੜਾ ਉੱਥੇ ਪ੍ਰਗਟ ਨਹੀਂ ਹੁੰਦਾ, ਉਹਦੇ ਘਰ ਨਹੀਂ ਜਾਂਦਾ, ਉਹ ਸੰਤ ਨਹੀਂ। ਜਿਹੜਾ ਸਰੀਰ ਦੇ 9 ਦਰਵਾਜ਼ਿਆਂ ਨੂੰ ਕੰਟਰੋਲ 'ਚ ਨਹੀਂ ਕਰ ਲੈਂਦਾ। ਬੰਦ ਕਰਨ ਦਾ ਮਤਲਬ ਇਹ ਨਹੀਂ ਕਿ ਇਹਨਾਂ ਨੂੰ ਫੋੜ ਲੈਣਾ, ਭੰਨ ਲੈਣਾ ਜਾਂ ਕੁਛ ਹੋਰ ਕਰ ਦੇਣਾ। ਅੱਖਾਂ, 2 ਅੱਖਾਂ, 2 ਨਾਸਕਾਂ, 2 ਕੰਨ, ਮੂੰਹ, ਮਲ ਮੂਤਰ ਦੇ ਸਥਾਨ, ਇਹ 9 ਦਰਵਾਜ਼ੇ ਹਨ। 10ਵਾਂ ਦਰਵਾਜ਼ਾ ਅੰਦਰ ਗੁਪਤ ਹੈ। 9 ਦਰ ਠਾਕੇ ਤਾਬ ਤਰਾਏ, 10ਵੇਂ ਨਿਜ ਘਰ ਵਾਸਾ ਪਾਏ। ਉੱਥੇ ਆਨੰਦ ਸ਼ਬਦ ਬਜਾ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣੀਆਂ। ਗੁਰੂ ਅਮਰਦਾਸ ਪਾਤਸ਼ਾਹ ਦੱਸਦੇ ਹਨ, ਇਹ ਸਰੀਰ ਦੇ 9 ਦਰਵਾਜ਼ੇ ਜਿਹੜੇ ਝੂਠਦੇ ਹਨ, 9 ਦਰਵਾਜ਼ੇ, 9 ਦਰ ਠਾਕੇ ਤਾਬ ਤਰਾਏ, ਝੂਠਦੇ ਹਨ, ਤਰੇ ਤਰਾਏ ਹਨ, ਬੇਕਾਰ ਹਨ। ਭਾਵ ਇਹਨਾਂ ਨੇ ਸੰਸਾਰ ਦੇ ਕੰਮ ਤਾਂ ਕਰ ਸਕਦੇ ਆ, ਸੰਸਾਰ ਦੇ ਕੰਮ ਇਹਨਾਂ ਤੋਂ ਬਿਨਾਂ ਹੋ ਵੀ ਨਹੀਂ ਸਕਦੇ। ਅੱਖਾਂ ਬਿਨਾਂ ਦੇਖ ਨਹੀਂ ਸਕਦੇ, ਕੰਨਾਂ ਬਿਨਾਂ ਸੁਣ ਨਹੀਂ ਸਕਦੇ, ਜੀਭ ਬਿਨਾਂ ਬੋਲ ਨਹੀਂ ਸਕਦੇ, ਮੂੰਹ ਬਿਨਾਂ ਖਾ ਨਹੀਂ ਸਕਦੇ। ਇੰਦਰੀਆਂ ਦੇ ਆਪਣੇ ਆਪਣੇ ਕੰਮ ਹਨ, ਇਹਨਾਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਇਹ 'ਚ ਕੋਈ ਝੂਠ ਨਹੀਂ, ਪਰ ਇਹ ਝੂਠਦੇ ਹਨ। ਗੁਰੂ ਸਾਹਿਬ ਕਹਿੰਦੇ ਫਿਰ ਉਹ ਕਿੱਥੇ ਬਸਦਾ? 9 ਦਰ ਠਾਕੇ ਤਾਬ ਤਰਾਏ, 10ਵੇਂ ਨਿਜ ਘਰ ਵਾਸਾ ਪਾਏ। 10ਵਾਂ ਦਰਵਾਜ਼ਾ ਲੰਘਣ ਤੋਂ ਬਾਅਦ ਉਸ ਦਾ ਆਪਣਾ ਨਿਜ ਘਰ ਹੈ, ਜਿੱਥੇ ਉਹ ਪਰਮੇਸ਼ਰ ਖੁਦ ਬਸਦਾ ਹੈ। ਨਿਜ ਘਰ, ਆਪਣਾ ਘਰ, ਪ੍ਰਾਈਵੇਟ ਹਾਊਸ ਆਫ ਦੀ ਲਾਰਡ, ਪਰਮਾਤਮਾ ਦਾ ਆਪਣਾ ਘਰ, ਜਿਸ ਨੂੰ ਅਸੀਂ ਥਿਰ ਘਰ ਵੀ ਕਹਿੰਦੇ ਹਾਂ। ਥਿਰ ਘਰ ਮੀਨਜ਼ ਪੱਕਾ ਘਰ। ਪੱਕਾ ਘਰ ਹੋਰ ਕੋਈ ਹੈ ਹੀ ਨਹੀਂ। ਸਾਰਾ ਸੰਸਾਰ ਤੇ ਕੱਚਾ ਹੈ, ਸਾਰਾ ਸੰਸਾਰ ਤੇ ਨਾਸਵਾਨ ਹੈ। ਤੇ ਫਿਰ ਪੱਕਾ ਘਰ ਤੇ ਉਸ ਮਾਲਕ ਦਾ ਹੀ ਹੈ, ਹੋਰ ਕਿਸੇ ਦਾ ਵੀ ਨਹੀਂ। ਜੇ ਹੋਰ ਕੋਈ ਘਰ ਪੱਕਾ ਹੈ ਹੀ ਨਹੀਂ, ਤਾਂ ਹੀ ਤਾਂ ਉਹਨੂੰ ਥਿਰ ਘਰ ਕਿਹਾ। ਅਬਚਲ ਨਗਰ, ਜਿਹੜਾ ਅਚਲ ਹੈ, ਡੋਲਦਾ ਨਹੀਂ, ਖਤਮ ਨਹੀਂ ਹੁੰਦਾ, ਉਹੀ ਤਾਂ ਹੈ। ਹਜੂਰ ਸਾਹਿਬ, ਜਿੱਥੇ ਹਜੂਰ ਬਸਦਾ, ਭਾਵ ਪਰਮੇਸ਼ਵਰ ਬਸਦਾ, ਸਤਿਗੁਰੂ ਬਸਦਾ, ਉਹੀ ਤੇ ਹਜੂਰ ਸਾਹਿਬ ਹੈ। ਗੁਰੂ ਸਾਹਿਬ ਦਾ ਸਥਾਨ ਵੀ ਹੈ ਹਜੂਰ ਸਾਹਿਬ ਨੰਦੇੜ ਦੇ ਅੰਦਰ। ਪਰ ਜਿਸ ਜਗ੍ਹਾ ਦੀ ਗੱਲ ਗੁਰੂ ਸਾਹਿਬ ਸਰੀਰ ਦੇ ਅੰਦਰ ਦੀ ਗੱਲ ਕਰਦੇ ਹਨ, ਉੱਥੇ ਤੇ ਹਜੂਰ ਪਰਮੇਸ਼ਰ ਹੈ। ਗੁਰੂਦੁਆਰ, ਜਿੱਥੇ ਗੁਰੂ ਬਸਦਾ, ਜਿੱਥੇ ਪਰਮੇਸ਼ਰ ਬਸਦਾ।
ਨੌ ਦਰ ਠਾਕੇ ਥਾਪ ਤੇ ਰਾਏ, ਦਸਵੇਂ ਨਿਜ ਕਰ ਵਾਸਾ ਪਾਏ। ਉੱਥੇ ਆਨੰਦ ਸ਼ਬਦ ਵੱਜਾ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣੀਆਂ। ਉੱਥੇ ਕਹਿੰਦੇ ਆਵਾਜ਼ ਆਨੰਦ ਸ਼ਬਦ ਸੁਣਾਈ ਦਿੰਦਾ ਹੈ 24 ਘੰਟੇ, ਦਿਨ ਰਾਤ ਵੱਜਦਾ ਹੈ। ਔਰ ਕਦੀ ਇਹ ਨਹੀਂ ਕਿ ਨਹੀਂ ਵੱਜਦਾ, ਕਦੀ ਇਹ ਨਹੀਂ ਕਿ ਬੰਦ ਹੋ ਜਾਂਦਾ। ਔਰ ਇਹ ਨਹੀਂ ਸਿਰਫ ਇੱਕ ਇਨਸਾਨ ਹੀ ਤਾਂ ਹੈ, ਹੋਰ ਕਿਸੇ ਦੇ ਸਰੀਰ ਵਿੱਚੋਂ ਵੱਜਦਾ ਵੀ ਨਹੀਂ। ਔਰ ਸ਼ਬਦ ਉਹ ਸੁਣਦਾ ਕਿਸ ਤਰ੍ਹਾਂ ਹੈ? ਉੱਥੇ ਆਨੰਦ ਸ਼ਬਦ ਵਜਿਆ ਦਿਨ ਰਾਤੀ। ਗੁਰੂ ਸਾਹਿਬ ਕਹਿੰਦੇ ਗੁਰਮਤੀ ਸ਼ਬਦ ਸੁਣਾ ਬਣੀਆਂ। ਉਹ ਗੁਰੂ ਤੋਂ ਸੋਝੀ ਲੈ ਕੇ ਹੀ ਉਸ ਸ਼ਬਦ ਨੂੰ ਸੁਣਿਆ ਜਾ ਸਕਦਾ ਹੈ, ਉਸਦੇ ਘਰ ਦੀ ਆਵਾਜ਼ ਨੂੰ ਸੁਣਿਆ ਜਾ ਸਕਦਾ ਹੈ, ਜਿਸ ਨੂੰ ਆਨੰਦ ਸ਼ਬਦ ਕਹਿੰਦੇ ਆ। ਆਨੰਦ ਸ਼ਬਦ ਮੀਨ ਜਿਸ ਦੀ ਕੋਈ ਹੱਦ ਨਹੀਂ, ਪਤਾ ਨਹੀਂ ਕਿੱਥੋਂ ਕਾ ਰਿਹਾ ਉਹ, ਪਤਾ ਨਹੀਂ ਉਹ ਕਿੱਥੋਂ ਤੋਂ ਚੱਲਦਾ ਹੈ, ਜਿਹਨੂੰ ਅਸੀਂ ਗੁਰੂ ਸਾਹਿਬ ਤੁਰ ਕੀ ਬਾਣੀ ਵੀ ਆਖਦੇ। ਤੁਰ ਕੀ ਬਾਣੀ, ਤੁਰ ਦੀ ਆਵਾਜ਼। ਅਰੇ ਤੁਰ ਦੀ ਆਵਾਜ਼ ਕਿਹੜੀ ਹੈ ਜਿਹਦਾ ਪਤਾ ਹੀ ਨਹੀਂ? ਤੁਰ ਮੀਨ ਤੁਰ ਦਾ ਕਿਸੇ ਨੂੰ ਪਤਾ ਹੀ ਨਹੀਂ। ਕਿਹਨੂੰ ਪਤਾ ਉਹਦੇ ਤੁਰ ਦਾ? ਉਹਨੂੰ ਕੌਣ ਜਾਣ ਸਕਦਾ ਉਹਦੇ ਤੁਰ ਨੂੰ? ਕੋਈ ਵੀ ਤੇ ਨਹੀਂ। ਮੁਸਲਮਾਨ ਧਰਮ ਦੇ ਅੰਦਰ ਬਾਂਕੇ ਅਸਮਾਨੀ ਕਲਮੇ ਇਲਾਹੀ ਕਿਹਾ ਜਾਂਦਾ। ਹਿੰਦੂ ਧਰਮ ਦੇ ਅੰਦਰ ਉਸੇ ਆਵਾਜ਼ ਨੂੰ ਆਕਾਸ਼ਬਾਣੀ ਕਿਹਾ ਜਾਂਦਾ। ਗੁਰਮਤਿ ਦੇ ਅੰਦਰ ਉਸ ਨੂੰ ਅਨਹਦ ਸ਼ਬਦ ਤੇ ਆਵਾਜ਼ ਜਾਂ ਉਸ ਨੂੰ ਅਸੀਂ ਤੁਰਕੀ ਬਾਣੀ ਆਖਦੇ ਹਾਂ। ਉਸ ਨੂੰ ਗੁਰੂ ਸਾਹਿਬ ਕਹਿੰਦੇ ਗੁਰਮਤੀ ਸ਼ਬਦ ਸੁਣਾ ਬਣੀਆਂ। ਉਸ ਨੂੰ ਸੁਣਨਾ ਹੈ ਤਾਂ ਤੂੰ ਗੁਰੂ ਦੀ ਮੱਤ ਨਾਲ ਉਸ ਆਵਾਜ਼ ਨੂੰ ਸੁਣ ਸਕਦਾ, ਹੋਰ ਕਿਸੇ ਤਰੀਕੇ ਨਾਲ ਉਸ ਆਵਾਜ਼ ਨੂੰ ਤੂੰ ਨਹੀਂ ਸੁਣ ਸਕਦਾ। ਨੌ ਦਰ ਠਾਕੇ ਥਾਪ ਤੇ ਰਾਏ, ਦਸਵੇਂ ਨਿਜ ਕਰ ਵਾਸਾ ਪਾਏ। ਉੱਥੇ ਆਨੰਦ ਸ਼ਬਦ ਵਜਿਆ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣੀਆਂ। ਭਾਵ ਉਹ ਸਰੀਰ ਦੇ ਅੰਦਰ ਹੀ ਜਗ੍ਹਾ ਹੈ, ਔਰ ਉਹ ਸਰੀਰ ਦੇ ਅੰਦਰ ਪਰਮਾਤਮਾ ਬਸਦਾ ਹੈ। ਉਸ ਪਰਮਾਤਮਾ ਬਸਦਾ ਕਿੱਥੇ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਸਾਨੂੰ ਇਸ ਗੱਲ ਦੀ ਸੋਝੀ ਜ਼ਰੂਰੀ ਹੋਣੀ ਚਾਹੀਦੀ ਕਿ ਪਰਮਾਤਮਾ ਮੇਰੇ ਸਰੀਰ ਦੇ ਅੰਦਰ ਬਸਦਾ ਕਿੱਥੇ ਹੈ। ਜੇ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਬਾਰ-ਬਾਰ ਜ਼ਿਕਰ ਕਰਦੇ ਹਨ, ਫਿਰ ਭਾਈ ਤੂੰ ਅੰਦਰੋਂ ਹੀ ਪਾ ਉਸ ਨੂੰ। ਕਾਹੇ ਬਨ ਖੋਜਣ ਜਾਈ, ਕਹਿੰਦੇ ਤੂੰ ਬਾਹਰ ਕਿਉਂ ਭਟਕਿਆ ਫਿਰਦਾ, ਕਿਉਂ ਜੰਗਲਾਂ ਵਿੱਚ ਦੌੜਿਆ ਫਿਰਦਾ, ਕਿਉਂ ਪਹਾੜਾਂ ਤੇ ਤੁਰਿਆ ਫਿਰਦਾ? ਉਹ ਤਾਂ ਤੇਰੇ ਅੰਦਰ ਹੀ ਹੈ। ਕਾਹੇ ਰੇ ਮਨ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਹਿੰਦੇ ਤੇਰੇ ਅੰਦਰ ਹੀ ਤਾਂ ਹੈ, ਤੇ ਤੂੰ ਅੰਦਰੋਂ ਹੀ ਪਾਣਾ ਹੈ। ਤੇ ਜੇ ਅੰਦਰੋਂ ਪਾਣਾ ਹੈ ਤੇ ਅੰਦਰ ਦਾ ਪਤਾ ਹੀ ਨਾ ਹੋਵੇ ਕਿੱਥੇ ਹੈ, ਤੇ ਪਾਵਾਂਗੇ ਕਿੱਦਾਂ? ਅੱਜ ਦੇ ਯੁੱਗ ਅੰਦਰ ਇਸ ਗੱਲ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹ ਬਸਦਾ ਕਿੱਥੇ ਹੈ। ਸਰੀਰ ਦੇ ਦੋ ਹਿੱਸੇ ਹਨ, ਇੱਕ ਹਿੱਸੇ ਵਿੱਚ ਆਤਮਾ ਬਸਦੀ ਹੈ, ਇੱਕ ਹਿੱਸੇ ਵਿੱਚ ਪਰਮਾਤਮਾ ਬਸਦਾ ਹੈ। ਸਰੀਰ ਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਮੱਥੇ ਤੱਕ, ਅੱਖਾਂ ਤੱਕ ਆਤਮਾ ਦਾ ਵਾਸ ਹੈ। ਇਸ ਤੋਂ ਉੱਪਰਲੇ ਹਿੱਸੇ ਵਿੱਚ ਪਰਮਾਤਮਾ ਦਾ ਵਾਸ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਦਸਵੇਂ ਦੁਆਰ ਤੋਂ ਅੱਗੇ ਨਿਜ ਕਰ, ਜਿਸ ਨੂੰ ਗਗਨ ਵੀ ਕਿਹਾ ਜਾਂਦਾ। ਗੁਰਬਾਣੀ ਦੇ ਅੰਦਰ ਗਗਨ ਵੀ ਕਈ ਜਗ੍ਹਾ ਤੇ ਗੁਰੂ ਸਾਹਿਬ ਨੇ ਵਰਤਿਆ ਸ਼ਬਦ ਉਸ ਲਈ। ਗੁਰੂ ਸਾਹਿਬ ਦੱਸਦੇ ਹਨ ਏਕਾ ਸੰਗਤ ਇੱਕ ਗ੍ਰਹਿ ਵਾਸਤੇ, ਮਿਲ ਬਾਤ ਨਾ ਕਰਤੇ ਭਾਈ। ਕਹਿੰਦੇ ਇੱਕੋ ਹੀ ਸਰੀਰ ਦੇ ਅੰਦਰ ਆਤਮਾ ਵੀ ਬਸਦੀ ਹੈ, ਪਰਮਾਤਮਾ ਵੀ ਬਸਦਾ ਹੈ, ਪਰ ਉਹਨਾਂ ਦੀ ਆਪਸ ਵਿੱਚ ਕਦੇ ਗੱਲ ਨਹੀਂ ਹੁੰਦੀ। ਆਪਸ ਵਿੱਚ ਗੱਲ ਕਿਉਂ ਨਹੀਂ ਹੁੰਦੀ? ਕਿਉਂਕਿ ਦੋਨਾਂ ਦੇ ਦਰਮਿਆਨ ਇੱਕ ਪਰਦਾ ਹੈ। ਦੋਨਾਂ ਦੇ ਦਰਮਿਆਨ ਇੱਕ ਪਰਦਾ ਹੈ। ਜਦ ਤੱਕ ਉਹ ਪਰਦਾ ਜਾਂ ਦਰਵਾਜ਼ਾ ਨਹੀਂ ਖੁੱਲਦਾ, ਉਨੀ ਦੇਰ ਤੱਕ ਇਹ ਜੀਵ ਉਸ ਪਰਮਾਤਮਾ ਨੂੰ, ਉਸ ਸਤਿਗੁਰੂ ਨੂੰ ਨਹੀਂ ਮਿਲ ਸਕਦਾ। ਗੁਰੂ ਅੰਗਦ ਦੇਵ ਪਾਤਸ਼ਾਹ ਦੱਸਦੇ ਹਨ, ਨੌ ਦਰ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਖਲੀਜੈ। ਕਹਿੰਦੇ ਇਹ ਸਰੀਰ ਦੇ 9 ਦਰਵਾਜ਼ੇ ਹਨ, ਔਰ 10ਵਾਂ ਦਰਵਾਜ਼ਾ ਜਿਹੜਾ ਬੱਜਰ ਦਾ ਹੈ, ਪੱਥਰ ਦਾ ਹੈ, ਭਾਵ ਬਹੁਤ ਸਖਤ ਹੈ, ਜਿਹੜਾ ਕਿ ਖੁੱਲਦਾ ਨਹੀਂ, ਅਨਬ੍ਰੇਕੇਬਲ ਹੈ, ਪਰ ਉਹ ਗੁਰੂ ਦੇ ਸ਼ਬਦ ਨਾਲ ਹੀ ਖੋਲਿਆ ਜਾ ਸਕਦਾ ਹੈ, ਤੋੜਿਆ ਜਾ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ। ਗੁਰੂ ਦੇ ਸ਼ਬਦ ਤੋਂ ਬਿਨਾਂ ਖੋਲਿਆ ਨਹੀਂ ਜਾ ਸਕਦਾ। ਤੇ ਇਸ ਲਈ ਪਰਮਾਤਮਾ ਸਰੀਰ ਦੇ ਅੰਦਰ ਹੀ ਬਸਦਾ। ਗੁਰੂ ਸਾਹਿਬ ਦੱਸਦੇ ਸਭਨੀ ਘਟੀ ਸੋ ਬਸੈ, ਸਹਿਬਿਨ ਘਟ ਨਾ ਕੋਈ, ਨਾਨਕ ਤੇ ਸੁਹਾਗਣੀ, ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਕਹਿੰਦੇ ਹਰ ਇੱਕ ਸਰੀਰ ਦੇ ਅੰਦਰ ਪਰਮਾਤਮਾ ਬਸਦਾ ਹੈ, ਕਿਸੇ ਵਿੱਚ ਗੁਪਤ ਹੈ, ਕਿਤੇ ਪ੍ਰਗਟ ਹੈ। ਜਿਹੜਾ ਗੁਪਤ ਹੈ ਸਾਰੀ ਦੁਨੀਆ ਵਿੱਚ ਗੁਪਤ ਵਰਤਦਾ ਹੈ, ਪਰ ਪ੍ਰਗਟ ਸੰਤਾਂ ਦੇ ਸਰੀਰ ਦੇ ਅੰਦਰ ਹੈ, ਔਰ ਕਿਸੇ ਸਰੀਰ ਵਿੱਚੋਂ ਪ੍ਰਗਟ ਨਹੀਂ। ਉਹ ਉਸੇ ਸਰੀਰ ਵਿੱਚ ਪ੍ਰਗਟ ਹੈ ਜਿਹਨੂੰ ਅੰਦਰੋਂ
ਉਸ ਮਾਲਕ ਦੇ ਨਾਲ ਮਿਲਾਪ ਹੋ ਜਾਂਦਾ ਹੈ, 10ਵਾਂ ਦਰਵਾਜ਼ਾ ਆਪਣਾ ਖੋਲ੍ਹ ਲੈਂਦਾ ਹੈ ਤੇ ਉਸ ਦੇ ਘਰ ਚਲਾ ਜਾਂਦਾ ਹੈ, ਉਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਤੋ ਪਾਪ ਅਕਾਲ ਮੂਰਤ ਜਿਹੜਾ ਹੈ ਉਸ ਦੀ ਸ਼ਕਲ ਨਹੀਂ, ਸ਼ਕਲ ਉਹਦੀ ਕੀ ਹੈ? ਨਾਮੇ ਕੋ ਸੁਆਮੀ ਬੀਠਲ ਐਸਾ, ਪਾਣੀ ਮੇ ਮੁਖ ਦੇਖੇ ਜੈਸਾ। ਪਾਪ ਪਰਮਾਤਮਾ ਦੀ ਕੋਈ ਸ਼ਕਲ ਨਹੀਂ, ਪਰਮਾਤਮਾ ਦੀ ਸ਼ਕਲ ਤਾਂ ਉਹੀ ਮਹਾਂਪੁਰਖ ਹੈ, ਉਹੀ ਸੰਤ ਹੈ, ਉਹੀ ਸਾਧ ਹੈ ਜਿਹੜਾ ਉਸ ਨਾਲ ਮਿਲ ਜਾਂਦਾ ਹੈ, ਜਿਹੜਾ ਉਸ ਦੇ ਘਰ ਚਲਾ ਜਾਂਦਾ ਹੈ, ਜਿਹੜਾ 10ਵੇਂ ਦੁਆਰ ਲੰਘ ਕੇ ਨਿਜ ਘਰ ਪਹੁੰਚ ਜਾਂਦਾ, ਉਹਦੀ ਸ਼ਕਲ ਪਰਮਾਤਮਾ ਦੀ ਸ਼ਕਲ ਹੋ ਜਾਂਦੀ। ਵਰਨਾ ਤੇ ਉਹ ਨਿਰਾਕਾਰ ਹੈ, ਉਸ ਨੂੰ ਲੱਭਣਾ ਹੋਵੇ ਕਿਤੇ ਬਾਹਰ ਨਹੀਂ ਲੱਭਿਆ ਜਾ ਸਕਦਾ, ਉਸ ਨੂੰ ਮਿਲਣਾ ਹੋਵੇ ਕਿੱਥੇ ਲੱਭੋਗੇ? ਸਾਰੀ ਦੁਨੀਆ ਕਹਿੰਦੀ ਜੀ ਰੱਬ ਬਾਹਰ ਹੈ, ਅੰਦਰ ਹੈ, ਇਸੇ ਭੁਲੇਖੇ ਵਿੱਚ ਫਸੇ ਹੋਏ ਆ। ਅਰੇ ਜੇ ਬਾਹਰ ਹੁੰਦਾ, ਜੇ ਅੰਦਰ ਨਾ ਹੁੰਦਾ, 10ਵੇਂ ਦਰਵਾਜ਼ੇ ਤੋਂ ਅੰਦਰ ਨਾ ਹੁੰਦਾ ਤੇ ਅੱਜ ਉਸ ਨੂੰ ਅਮੀਰ ਆਦਮੀ ਹੀ ਜਾ ਸਕਦੇ ਸੀ। ਜੇ ਅਗਰ ਚੰਦਰਮਾ ਤੇ ਬੈਠਾ ਹੁੰਦਾ ਤਾਂ ਉੱਥੇ ਤਾਂ ਅਮਰੀਕਾ ਵਾਲੇ ਪਹੁੰਚ ਗਏ ਤੇ ਰੱਬ ਉਹਨਾਂ ਦਾ ਹੀ ਹੁੰਦਾ। ਜੇ ਇਸੇ ਤਰ੍ਹਾਂ ਕਿਸੇ ਹੋਰ ਜਗ੍ਹਾ ਤੇ ਪਹਾੜਾਂ ਤੇ ਬੈਠਾ ਹੁੰਦਾ ਤੇ ਉੱਥੇ ਸਾਧਨ ਵਾਲੇ ਲੋਕ ਚਲੇ ਜਾਂਦੇ, ਗਰੀਬ ਤਾਂ ਉੱਥੇ ਪਹੁੰਚ ਹੀ ਨਹੀਂ ਸੀ ਸਕਦਾ। ਭਾਵ ਉਹ ਇਸ ਤਰ੍ਹਾਂ ਕਿਸੇ ਵੀ ਜਗ੍ਹਾ ਤੇ ਬਾਹਰ ਨਹੀਂ ਛੁਪਿਆ, ਉਹ ਤੇ ਅੰਦਰ ਹੀ ਲੁਕਿਆ ਹੋਇਆ, ਉਹ ਅੰਦਰ ਹੀ ਜੀਵ ਦੇ ਬੈਠਾ ਹੋਇਆ। ਇਸ ਲਈ ਜਿਸ ਜੀਵ ਨੇ ਉਸ ਨੂੰ ਪਾਣਾ ਤੇ ਉਹ ਅੰਦਰੋਂ ਹੀ ਪਾ ਸਕਦਾ, ਬਾਹਰੋਂ ਹੋਰ ਕਿਸੇ ਤਰੀਕੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਤੇ ਉਸ ਦੀ ਆਕਾਰ, ਉਸ ਦਾ ਸ਼ਕਲ, ਉਸ ਦੀ ਮੂਰਤ ਵੀ ਨਹੀਂ ਹੈ। ਅਜੂਨੀ, ਉਹ ਜੂਨਾਂ 'ਚ ਵੀ ਨਹੀਂ ਆਉਂਦਾ, ਉਹ ਮਰਨ ਜੰਮਣ 'ਚ ਵੀ ਨਹੀਂ ਆਉਂਦਾ, ਉਹ ਮਰਨ ਜੰਮਣ ਤੋਂ ਵੀ ਪਰੇ ਹੈ। ਉਹ ਮਰਨ ਜੰਮਣ 'ਚ ਨਹੀਂ ਆਉਂਦਾ। ਉਹ ਇਸ ਤਰ੍ਹਾਂ ਜਨਮ ਨਹੀਂ ਕਿਸੇ ਨੇ ਦਿੱਤਾ ਜਿਸ ਤਰ੍ਹਾਂ ਮਾਂ-ਬਾਪ ਬੱਚੇ ਨੂੰ ਜਨਮ ਦਿੰਦੇ ਹਨ। ਉਹ ਮੰਦਰ ਦੀ ਮੂਰਤੀ ਦੀ ਤਰ੍ਹਾਂ ਉਹਦੀ ਸਥਾਪਨਾ ਵੀ ਨਹੀਂ ਕੀਤੀ ਜਾਂਦੀ। ਉਹ ਆਪਣੇ ਆਪ 'ਚ ਪਰਿਪੂਰਨ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਗੁਰੂ ਸਾਹਿਬ ਦੱਸਦੇ ਹਨ ਕਿ ਉਹਨੂੰ ਮੰਦਰ ਦੀ ਮੂਰਤੀ ਦੀ ਤਰ੍ਹਾਂ ਉਹਦੀ ਕੋਈ ਸਥਾਪਨਾ ਨਹੀਂ ਕੀਤੀ ਜਾ ਸਕਦੀ। ਉਸ ਨੂੰ ਮਾਂ-ਬਾਪ ਜਿਸ ਤਰ੍ਹਾਂ ਬੱਚੇ ਨੂੰ ਜਨਮ ਦਿੰਦੇ ਹਨ, ਉਹਨੂੰ ਕਿਸੇ ਨੇ ਜਨਮ ਵੀ ਨਹੀਂ ਦਿੱਤਾ। ਉਹ ਆਪਣੇ ਆਪ ਵਿੱਚ ਪਰਿਪੂਰਨ ਹੈ, ਉਹ ਆਪਣੇ ਜਨਮ ਮਰਨ ਤੋਂ ਰਹਿਤ ਹੈ, ਉਹਨੂੰ ਮੌਤ ਵੀ ਨਹੀਂ ਆਉਂਦੀ। ਮੌਤ ਤੇ ਭਾਈ ਸਰੀਰ ਨੂੰ ਆਉਂਦੀ ਹੈ, ਜਿਹਦਾ ਆਕਾਰ ਹੈ। ਮੌਤ ਤਾਂ ਉਹਨੂੰ ਆਉਣੀ ਹੈ ਆਕਾਰ ਵਾਲੇ ਨੂੰ, ਨਿਰਾਕਾਰ ਨੂੰ ਮੌਤ ਕਿੱਥੋਂ ਆਣੀ? ਆਕਾਰ ਨੂੰ ਮੌਤ ਆਉਂਦੀ, ਆਕਾਰ ਟੁੱਟਦਾ ਹੈ, ਆਕਾਰ ਖਤਮ ਹੁੰਦਾ ਹੈ। ਭਾਵ ਆਕਾਰ ਜਿਸ ਤਰ੍ਹਾਂ ਸਾਡਾ ਸਰੀਰ ਹੈ ਜਾਂ ਹੋਰ ਕੋਈ ਵੀ ਵਸਤੂ ਹੈ, ਉਹਦਾ ਆਕਾਰ ਹੈ, ਉਹ ਟੁੱਟਦੀ ਹੈ। ਸਾਡਾ ਸਰੀਰ ਮਰਦਾ ਹੈ, ਜਿਤਨੇ ਜੀਵ ਹਨ ਸੰਸਾਰ ਵਿੱਚ ਉਹ ਮਰਦੇ ਹਨ। ਇੱਥੋਂ ਤੱਕ ਦੇਵੀ ਦੇਵਤਿਆਂ ਨੂੰ ਵੀ ਮੌਤ ਆਉਂਦੀ, ਕਿਉਂਕਿ ਉਹ ਵੀ ਆਕਾਰ ਵਿੱਚ ਹਨ। ਸਾਡਾ ਸਰੀਰ 5 ਤੱਤਾਂ ਦਾ ਬਣਿਆ ਹੋਇਆ, ਦੇਵੀ ਦੇਵਤਿਆਂ ਦਾ ਜਿਹੜਾ ਸਰੀਰ ਹੈ ਉਹ 3 ਤੱਤ ਦਾ ਬਣਿਆ ਹੋਇਆ। ਗੁਰੂ ਸਾਹਿਬ ਦੱਸਦੇ ਹਨ, ਪਵਨ ਪਾਣੀ ਅਗਨੀ ਤਿਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਆਕਾਰ। ਕਹਿੰਦੇ ਪੌਣ, ਪਾਣੀ ਤੇ ਅਗਨੀ ਦੇ ਮਿਲਾਪ ਦੇ ਨਾਲ ਇਹ ਬ੍ਰਹਮਾ, ਵਿਸ਼ਨੂੰ ਔਰ ਮਹੇਸ਼ ਦਾ ਸਰੀਰ ਜਿਹੜਾ ਇਹਨਾਂ 3 ਤੱਤਾਂ ਦਾ ਬਣਿਆ ਹੋਇਆ। ਇਨਸਾਨ ਦਾ ਸਰੀਰ 5 ਤੱਤ ਦਾ ਬਣਿਆ ਹੋਇਆ ਹੈ। ਇਨਸਾਨ ਦੇ ਸਰੀਰ ਵਿੱਚ ਪਾਣੀ, ਹਵਾ, ਅੱਗ, ਧਰਤੀ ਤੇ ਆਕਾਸ਼, ਇਹ 5 ਤੱਤ ਹਨ। ਸਰੀਰ 3 ਤੱਤ ਵਾਲਾ ਨਜ਼ਰ ਨਹੀਂ ਆਉਂਦਾ ਕਿਸੇ ਨੂੰ। ਜਿਹੜਾ ਧਰਤੀ ਤੱਤਵ ਹੈ ਜਿਸ ਸਰੀਰ ਦੇ ਅੰਦਰ, ਉਹੀ ਨਜ਼ਰ ਆਉਂਦਾ। ਇਸ ਕਰਕੇ ਸਾਡੇ ਸਰੀਰ ਦੇ ਅੰਦਰ ਧਰਤੀ ਤੱਤਵ ਹੈ, ਸਾਨੂੰ ਇਹ ਸਰੀਰ ਨਜ਼ਰ ਆਉਂਦਾ। ਤੇ ਬਾਕੀ ਦੇ ਜਿਹੜੇ ਸਰੀਰ ਨੇ, ਰੂਹਾਂ ਹਨ, ਉਹ ਨਜ਼ਰ ਨਹੀਂ ਆਉਂਦੀਆਂ, ਕਿਉਂਕਿ ਉਹਨਾਂ ਦੇ ਸਰੀਰ 3 ਤੱਤਾਂ ਦੇ ਹਨ। ਉਹ ਸਾਡੀਆਂ ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦੀ, ਉਹ ਨਜ਼ਰ ਨਹੀਂ ਆ ਸਕਦੇ, ਕਿਉਂਕਿ ਉਹਨਾਂ ਦਾ ਸਰੀਰ ਦੇ ਵਿੱਚ ਧਰਤੀ ਤੱਤਵ ਨਹੀਂ ਹੈ। ਧਰਤੀ ਤੱਤ ਨਾ ਹੋਣ ਕਰਕੇ ਉਹ ਸਾਨੂੰ ਨਜ਼ਰ ਨਹੀਂ ਆਉਂਦੇ। ਜਿਹੜਾ ਇਨਸਾਨ ਹੈ ਇਹਦੇ 5 ਤੱਤ ਹਨ ਤੇ ਬਾਕੀ ਦੇ 3 ਤੱਤ ਹਨ। ਭਾਵ ਇਹ ਜਿਹੜਾ ਆਕਾਰ ਹੈ ਇਹ ਮਰਦਾ ਹੈ, ਇਹ ਜੂਨ ਵਿੱਚ ਆਉਂਦਾ ਹੈ, ਜਨਮ ਮਰਨ ਵਿੱਚ ਆਉਂਦਾ ਹੈ। ਇਹਦਾ ਜਨਮ ਮਰਨ ਨਹੀਂ ਕੱਟਿਆ ਜਾਂਦਾ। ਜਨਮ ਮਰਨ ਕੱਟਣਾ ਹੋਵੇ ਤੇ ਭਾਈ ਇਸ ਨੂੰ ਉਸ ਜਨਮ ਮਰਨ ਤੋਂ ਜਿਹੜਾ ਉੱਪਰ ਹੈ ਉਹਦੇ ਨਾਲ ਮਿਲਣਾ ਪਏਗਾ। ਜੇ ਅਗਰ ਉਸ ਦੇ ਨਾਲ ਨਹੀਂ ਮਿਲਦਾ ਤਾਂ ਇਹਦਾ ਜਨਮ ਮਰਨ ਨਹੀਂ ਮੁੱਕਦਾ, ਕਿਉਂਕਿ ਉਹੀ ਤਾਂ ਹੈ ਜਿਹੜਾ ਮਰਨ ਜੰਮਣ 'ਚ ਨਹੀਂ ਆਉਂਦਾ। ਜਿਹੜਾ ਜਿਸ ਤਰ੍ਹਾਂ ਕੋਈ ਸਮੁੰਦਰ ਦੇ ਅੰਦਰ ਕਤਰਾ ਚਲਾ ਜਾਵੇ, ਉਹ ਸਮੁੰਦਰ ਦਾ ਰੂਪ ਹੋ ਜਾਂਦਾ ਹੈ, ਤੇ ਜਿਹੜਾ ਸਮੁੰਦਰ ਦਾ ਰੂਪ ਹੋ ਜਾਵੇ ਉਹ ਕਤਰਾ ਖਤਮ ਨਹੀਂ ਹੁੰਦਾ। ਬਾਕੀ ਦਾ ਤਾਂ ਕਤਰੇ ਕੋਈ ਰੇਤ ਕੇ ਗਿਰ ਗਿਆ, ਕੋਈ ਅੱਗ ਤੇ ਗਿਰ ਗਿਆ, ਉਹ ਖਤਮ ਹੁੰਦੇ ਨੇ, ਬਾਰ-ਬਾਰ ਖਤਮ ਹੁੰਦੇ ਰਹਿੰਦੇ ਨੇ। ਪਰ ਪਰਮਾਤਮਾ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ, ਨਿਰਾਕਾਰ ਜਿਹੜਾ ਖਤਮ ਨਹੀਂ ਹੁੰਦਾ, ਉਹ ਸਦਾ ਸਦਾ ਇੱਕ ਓਂਕਾਰ ਹੈ। ਤੇ ਇਨਸਾਨ ਬਾਰ-ਬਾਰ ਜਨਮ ਲੈਂਦਾ। ਭਾਵ ਗੁਰੂ ਸਾਹਿਬ ਕਹਿੰਦੇ ਅਜੂਨੀ ਸੰਭਵ
ਸੰਭਵ ਦਾ ਮਤਲਬ ਆਪਣੇ ਆਪ ਵਿੱਚ ਪਰਿਪੂਰਨ। ਕਿਸੇ ਨੇ ਨਹੀਂ ਬਣਾਇਆ ਉਸ ਨੂੰ ਕਿਸੇ ਨੇ ਨਹੀਂ ਬਣਾਇਆ, ਉਹ ਖੁਦ ਹੀ ਪਰਿਪੂਰਨ ਹੈ, ਉਹ ਆਪਣੇ ਆਪ ਵਿੱਚ ਪਰਿਪੂਰਨ ਹੈ। ਉਹਨੂੰ ਕਿਸੇ ਨੇ, ਜਿਸ ਤਰ੍ਹਾਂ ਪਹਿਲੇ ਗੱਲ ਕੀਤੀ, ਮੰਦਰ ਦੀ ਮੂਰਤੀ ਦੀ ਤਰ੍ਹਾਂ ਉਸ ਨੂੰ ਕਿਸੇ ਨੇ ਸਥਾਪਨਾ ਨਹੀਂ ਕੀਤੀ। ਮਾਂ-ਬਾਪ ਜਿਸ ਤਰ੍ਹਾਂ ਬੱਚੇ ਨੂੰ ਜਨਮ ਦਿੰਦੇ ਹਨ, ਉਸ ਨੂੰ ਕਿਸੇ ਨੇ ਜਨਮ ਨਹੀਂ ਦਿੱਤਾ, ਭਾਵ ਉਹ ਆਪਣੇ ਆਪ 'ਚ ਪੂਰਾ ਹੈ। ਆਪਣੇ ਆਪ 'ਚ ਜੋ ਪੂਰਾ ਹੈ ਉਹ ਕਿਸੇ ਦੇ ਅਧੀਨ ਨਹੀਂ। ਇਸੇ ਲਈ ਜਿਹੜਾ ਆਪਣੇ ਆਪ 'ਚ ਪਰਿਪੂਰਨ ਹੈ ਉਸ ਦੇ ਸਾਰੇ ਇਹੀ ਗੁਣ ਹਨ। ਉਹ ਕਿਸੇ ਦਾ ਦੋਸਤ ਦੁਸ਼ਮਣ ਨਹੀਂ, ਕਿਸੇ ਦਾ ਦੋਸਤ ਨਹੀਂ, ਕਿਸੇ ਤੋਂ ਡਰਦਾ ਨਹੀਂ, ਉਸਦੀ ਕੋਈ ਸ਼ਕਲ ਨਹੀਂ, ਉਸਦਾ ਕੋਈ ਆਕਾਰ ਨਹੀਂ, ਉਹ ਕਿਸੇ ਰੂਪ 'ਚ ਨਹੀਂ ਆਉਂਦਾ, ਰੇਖ ਦੇ ਵਿੱਚ ਨਹੀਂ ਆਉਂਦਾ, ਉਹ ਕਿਸੇ ਜਨਮ ਤੇ ਮਰਨ ਵਿੱਚ ਨਹੀਂ ਆਉਂਦਾ, ਆਪਣੇ ਆਪ 'ਚ ਪਰਿਪੂਰਨ ਹੈ। ਉਹੀ ਤੇ ਇੱਕ ਕਰਤਾ ਪੁਰਖ ਹੈ, ਹੋਰ ਕੋਈ ਕਰਤਾ ਪੁਰਖ ਨਹੀਂ। ਉਹੀ ਤਾਂ ਸੱਚਾ ਹੈ, ਹੋਰ ਕੋਈ ਸੱਚਾ ਨਹੀਂ। ਜਿਤਨੇ ਦੁਨੀਆ ਦੇ ਅੰਦਰ ਅਸੀਂ ਦੇਖਦੇ ਹਾਂ, ਸਾਰੀ ਸ੍ਰਿਸ਼ਟੀ ਸੱਚੀ ਨਹੀਂ, ਇਹ ਨਾਸਵਾਨ ਹੈ। ਇਹ ਸ੍ਰਿਸ਼ਟੀ ਨੇ ਨਾਸ ਹੋ ਜਾਣਾ ਹੈ, ਸਿਰਫ ਇੱਕ ਪਰਮਾਤਮਾ ਨੇ ਰਹਿ ਜਾਣਾ ਹੈ, ਬਾਕੀ ਸਾਰਿਆਂ ਨੇ ਹੀ ਖਤਮ ਹੋ ਜਾਣਾ। ਵਕਤ ਦੇ ਨਾਲ ਸਾਰੇ ਹੀ ਖਤਮ ਹੁੰਦੇ ਆਏ, ਸਿਰਫ ਪਰਮਾਤਮਾ ਜਿਹੜਾ ਉਹ ਕਦੀ ਖਤਮ ਨਹੀਂ ਹੁੰਦਾ। ਬਾਕੀ ਵਿਚਾਰ ਅਗਲੇ ਵਾਰ ਕਰਾਂਗੇ। ਇਸ ਤੋਂ ਜੋ ਅੱਗੇ ਬਾਣੀ ਗੁਰੂ ਸਾਹਿਬ ਦੀ ਰਹਿ ਗਈ ਉਸ ਬਾਰੇ ਵਿਚਾਰ ਕੀਤੀ ਜਾਵੇਗੀ। ਗੁਰੂ ਮਹਾਰਾਜ